पर हैरी बैंस जी हुण तक जिन्नियां भी घटनावां वापरीਆਂ ਉਹਨਾਂ ਦੇ ਵਿੱਚ ਪੁਲਿਸ ਦਾ ਬਿਆਨ ਜਦੋਂ ਆਉਂਦਾ ਸੀ ਤੇ ਪੁਲਿਸ ਕਹਿੰਦੀ ਸੀ ਰਿਸੋਰਸਸ ਦੀ ਘਾਟ ਹੈਗੀ ਹੈ, ਤੁਸੀਂ ਕਹਿੰਦੇ ਹੋ ਰਿਸੋਰਸਸ ਜਿਹੜੇ ਨੇ ਉਹ ਪੂਰੇ ਕੀਤੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਵੀ ਕਮੀ ਦਿਖਾਈ ਦੇ ਰਹੀ। ਕੱਲ੍ਹ ਪੁਲਿਸ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਦੁਪਹਿਰ ਨੂੰ, ਔਰ ਉਸ ਤੋਂ ਬਾਅਦ ਸ਼ਾਮ ਨੂੰ ਬਰਨਬੀ ਦੇ ਵਿੱਚ ਮਾਰਕੀਟ ਦੇ ਵਿੱਚ ਫਿਰ ਤੋਂ ਸ਼ੂਟਿੰਗ ਦੀ ਘਟਨਾ ਵਾਪਰ ਗਈ। ਇਹੀ ਗੱਲ ਹੈ ਨਾ, ਸੋ ਪੁਲਿਸ ਵਾਲਿਆਂ ਨੂੰ ਅਸੀਂ ਇਹੀ ਦੱਸਿਆ ਕਿ ਜੋ ਤੁਹਾਨੂੰ ਚਾਹੀਦਾ ਅਸੀਂ ਦੇਣ ਨੂੰ ਤਿਆਰ ਹੈਗੇ। ਜਿਹੜੇ ਲੋਕ ਆਮ ਜਨਤਾ ਜਿਹੜੀ ਬਹੁਤ ਜ਼ਿਆਦਾ ਡਰ ਰਹੀ ਹੈ, ਘਰਾਂ ਚੋਂ ਬਾਹਰ ਨਿਕਲਣ ਲੱਗੇ, ਮਾਰਕੀਟ ਜਾਣ ਲੱਗੇ, ਮਾਲ ਜਾਣ ਲੱਗੇ, ਏਅਰਪੋਰਟ ਜਾਣ ਲੱਗੇ, ਉਹਨਾਂ ਲੋਕਾਂ ਦੇ ਲਈ ਹੁਣ ਕੀ ਹੈ ਤਾਂ ਕਿ ਐਟਲੀਸਟ ਉਹਨਾਂ ਨੂੰ ਸਰਕਾਰ ਦੇ ਵੱਲੋਂ ਇਹ ਭਰੋਸਾ ਮਿਲੇ ਵੀ ਉਹਨਾਂ ਅੰਦਰੋਂ ਡਰ ਨਿਕਲ ਸਕੇ। ਅਸੀਂ ਇਸ ਕੰਮ ਲਈ ਬਿਲਕੁਲ ਆਲਵੇਜ਼ ਅਵੇਲੇਬਲ ਹੈਗੇ ਹਾਂ। ਜਦੋਂ ਕਮਿਊਨਿਟੀ ਦੀ ਕੋਈ ਲੋੜ ਹੈਗੀ ਆ, ਜਦੋਂ ਵੀ ਸਾਨੂੰ ਕੋਈ ਅਪਰੋਚ ਕਰਦਾ, ਮੇਰਾ ਫੋਨ ਮੇਰਾ ਖਿਆਲ ਅੱਧੇ ਲੋਅਰ ਮੇਨਲੈਂਡ ਦੇ ਕੋਲ ਹੈਗਾ, ਮੇਰਾ ਪਰਸਨਲ ਫੋਨ ਜਿਹੜਾ ਹੈਗਾ, ਫੋਨ ਕਾਲ ਆਉਂਦੀਆਂ, ਮੈਂ ਉਹ ਮੇਰਾ ਕੋਸ਼ਿਸ਼ ਹੁੰਦੀ ਹੈ ਵੀ 24 ਆਵਰ ਦੇ ਵਿੱਚ ਰਿਟਰਨ ਕਾਲ ਕਰਾਂ, ਕਿਉਂਕਿ ਪੋਲੀਟੀਸ਼ੀਅਨਸ ਫਰੰਟ ਲਾਈਨ 'ਤੇ ਆ ਕੇ ਲਾ ਇਨਫੋਰਸਮੈਂਟ ਨਹੀਂ ਕਰਦੇ, ਉਹ ਕਾਨੂੰਨ ਬਣਾਉਂਦੇ ਆ, ਪੁਲਿਸ ਨੂੰ ਰਿਸੋਰਸਿਸ ਦਿੰਦੇ ਆ। ਔਰ ਅਸੀਂ ਇਸ ਗੱਲ 'ਤੇ ਕਮਿਟਡ ਹਾਂ ਕਿ ਪੁਲਿਸ ਨੂੰ ਜਿਹੜੀ ਚੀਜ਼ ਦੀ ਲੋੜ ਹੈਗੀ ਆ ਸਾਨੂੰ ਦੱਸੋ। ਜਿੰਨਾ ਕੁਛ ਅਸੀਂ ਕਰ ਚੁੱਕੇ ਹਾਂ ਉਹ ਕਰ ਚੁੱਕੇ ਹਾਂ। ਸਤਿ ਸ਼੍ਰੀ ਅਕਾਲ ਜੀ ਐਂਡ ਗੁੱਡ ਮਾਰਨਿੰਗ ਟੂ ਆਲ। ਕੀ ਹਾਲ ਚਾਲ ਹੈ ਜੀ ਸਾਰੇ ਦਰਸ਼ਕਾਂ ਦਾ? ਉਮੀਦ ਕਰਦੇ ਹਾਂ ਸਿਹਤ ਪੱਖੋਂ ਬਿਲਕੁਲ ਸਾਰੇ ਜਣੇ ਬਿਲਕੁਲ ਠੀਕ ਹੋਣਗੇ, ਔਰ ਕੋਸ਼ਿਸ਼ ਕਰਿਓ ਕਿ ਹੁਣ ਵੀਕਐਂਡ ਆ ਗਿਆ ਤੇ ਵੀਕਐਂਡ ਦੇ ਉੱਤੇ ਅਸੀਂ ਥੋੜਾ ਜਿਹਾ ਢਿੱਲ ਵਰਤ ਜਾਂਦੇ ਹਾਂ ਕਿ ਹੁਣ ਵੀਕਐਂਡ ਹੈ, ਸਾਨੂੰ ਆਜ਼ਾਦੀ ਮਿਲਣ ਲੱਗੀ ਹੈ ਤੇ ਚਲੋ ਫਿਰ ਘੁੰਮਣ ਫਿਰਨ ਚੱਲੀਏ ਤੇ ਉੱਦਾਂ ਹੀ ਫਿਰ ਇਕੱਠ ਕਰ ਦਈਏ। ਨੋ ਡਾਊਟ ਕੈਨੇਡਾ ਸਰਕਾਰ ਨੇ ਇਸ ਚੀਜ਼ ਦੀ ਥੋੜੀ ਖੁੱਲ੍ਹ ਦਿੱਤੀ ਹੈ, ਪਰ ਉਹਨਾਂ ਨੇ ਗਰਮੀ ਆਉਣ ਦੇ ਉੱਤੇ ਕਿਹਾ ਵੀ ਜੇ ਕੇਸ ਘੱਟ ਗਏ, ਵੈਕਸੀਨੇਸ਼ਨ ਹੋ ਰਹੀ ਹੈ ਪ੍ਰੋਪਰ ਸਾਰਿਆਂ ਦੀ, ਤਾਂ ਵੈਕਸੀਨੇਸ਼ਨ ਕੰਪਲੀਟ ਹੋਣ ਤੋਂ ਬਾਅਦ ਜਿਹੜੀ ਹੈ ਫਿਰ ਤੁਸੀਂ ਬਾਰਬੀਕਿਊ ਜਿਹੜਾ ਆਪਣੇ ਫੈਮਲੀਜ਼ ਦੇ ਨਾਲ, ਆਪਣੇ ਜਿਹੜੇ ਫਰੈਂਡ ਸਰਕਲਸ ਹੈ ਉਹਨਾਂ ਦੇ ਨਾਲ ਕਰ ਸਕਦੇ ਹੋ। ਪਰ ਹਜੇ ਥੋੜਾ ਜਿਹਾ ਇਹਤਿਆਤ ਜ਼ਰੂਰ ਵਰਤਿਓ ਕਿਉਂਕਿ ਸਪੈਸ਼ਲੀ BC ਦੇ ਵਿੱਚ ਜਿਹੜੇ ਹੈ ਕੋਵਿਡ ਦੇ ਕੇਸਿਸ ਕਦੀ ਅਪ ਜਾ ਰਿਹਾ ਹੈ, ਕਦੀ ਡਾਊਨ ਜਾ ਰਿਹਾ ਹੈ। ਸੋ ਸਾਨੂੰ ਸਾਰਿਆਂ ਨੂੰ ਮਿਲ ਕੇ ਚਾਹੀਦਾ ਵੀ ਇਹਨਾਂ ਨੂੰ ਕੰਟਰੋਲ ਕਰਨ ਦੇ ਵਿੱਚ ਆਪਾਂ ਸਾਰੇ ਹੈਲਪ ਕਰੀਏ। ਸੋ ਕੋਸ਼ਿਸ਼ ਕਰਨਾ ਹਜੇ ਵੀ ਥੋੜੇ ਜਿਹੇ ਹਦਾਇਤਾਂ ਜਿਹੜੀਆਂ ਦਿੱਤੀਆਂ ਗਈਆਂ ਨੇ ਉਹਨਾਂ ਨੂੰ ਫੋਲੋ ਜ਼ਰੂਰ ਕਰਨਾ। ਅਮਰੀਕਾ ਦੇ ਵਿੱਚ ਜਿਸ ਤਰੀਕੇ ਨਾਲ ਵੈਕਸੀਨੇਸ਼ਨ ਕੰਪਲੀਟ ਹੋ ਚੁੱਕੀ, ਓਵਰਆਲ ਜਿਹੜੇ ਲੋਕ ਰਹਿ ਗਏ ਨੇ ਉਹਨਾਂ ਦੇ ਵੀ ਜੁਲਾਈ ਤੱਕ ਹੁਣ ਕੰਪਲੀਟ ਹੋ ਜਾਣੀ ਹੈ, ਤਾਂ ਉਸ ਤੋਂ ਬਾਅਦ ਹੀ ਉੱਥੋਂ ਦੀ ਸਰਕਾਰ ਨੇ ਇਹ ਹਦਾਇਤਾਂ ਦਿੱਤੀਆਂ, ਇਹ ਗੱਲ ਕਹੀ ਹੈ ਵੀ ਜਿਹੜੇ ਲੋਕ ਜਿਨ੍ਹਾਂ ਦੀ ਸੈਕਿੰਡ ਡੋਜ਼ ਵੀ ਕੰਪਲੀਟ ਹੋ ਚੁੱਕੀ ਹੈ, ਵੈਕਸੀਨ ਜਿਹੜੀ ਲੱਗਣੀ ਸੀ ਉਹ ਕੰਪਲੀਟ ਹੈ ਪੂਰੀ ਤਰ੍ਹਾਂ, ਜਿਹੜੇ ਵੈਕਸੀਨੇਟਿਡ ਲੋਕ ਨੇ ਸਿਰਫ ਉਹ ਮਾਸਕ ਜਿਹੜੇ ਹੈ ਉਹ ਲਾ ਸਕਦੇ ਨੇ। ਆਊਟਡੋਰ ਤੇ ਇਨਡੋਰ ਜਿਹੜੀ ਹੈ ਉਹਨਾਂ ਨੂੰ ਇਸ ਚੀਜ਼ ਤੋਂ ਥੋੜੀ ਖੁੱਲ੍ਹ ਮਿਲ ਚੁੱਕੀ ਹੈ। ਸੋ ਇਸੇ ਤਰ੍ਹਾਂ ਆਪਾਂ ਕੋਸ਼ਿਸ਼ ਸਾਰੇ ਜਦੋਂ ਮਿਲ ਕੇ ਕਰਾਂਗੇ ਤਾਂ ਕੈਨੇਡਾ ਦੇ ਵਿੱਚ ਵੀ ਹੋ ਸਕਦਾ ਕਿ ਜਲਦੀ ਇਹ ਖੁੱਲ੍ਹ ਆਪਾਂ ਸਾਰਿਆਂ ਨੂੰ ਮਿਲ ਜੇ। BC ਦੇ ਵਿੱਚ ਵੀ ਹੈ, ਆਪਾਂ ਸਾਰਿਆਂ ਨੂੰ ਇੰਨੀ ਆਜ਼ਾਦੀ ਮਿਲ ਜੇ ਕਿ ਅਸੀਂ ਮਾਸਕ ਫ੍ਰੀ ਐਟਲੀਸਟ ਹੋ ਸਕੀਏ। ਸੋ ਇਸ ਦੇ ਵਿੱਚ ਸਾਰਿਆਂ ਨੂੰ ਮਿਲ ਕੇ ਹੀ ਕੰਮ ਕਰਨਾ ਪਏਗਾ। ਐਨੀਵੇ, ਅਜਿਹੇ ਮੌਕੇ ਦੇ ਵਿੱਚ ਸਭ ਤੋਂ ਵੱਡੀ ਸਾਡੀ ਲੋੜ ਸੀਗੀ, ਬਹੁਤ ਜਿਹੜੇ ਵਰਕਰ ਹੈ ਉਹ ਇਸ ਚੀਜ਼ ਦੀ ਡਿਮਾਂਡ ਕਰ ਰਹੇ ਸੀ ਕਿ ਜਿਹੜੀ ਪੇਡ ਸਿਕ ਲੀਵ ਹੈ ਉਹ ਜ਼ਰੂਰ ਮਿਲਣੀ ਚਾਹੀਦੀ। ਉਹ ਪ੍ਰੋਗਰਾਮ ਜਿਹੜਾ ਉਹ BC ਦੇ ਵਿੱਚ ਵੀ ਹੋਣਾ ਚਾਹੀਦਾ। ਖੈਰ ਸਰਕਾਰ ਨੇ ਹਮਲਾ ਮਾਰਿਆ, BC ਗਵਰਨਮੈਂਟ ਨੇ ਕਾਫੀ ਜ਼ਿਆਦਾ ਇਸ ਦੇ ਉੱਤੇ ਜਿਹੜਾ ਕੰਮ ਕੀਤਾ ਔਰ ਉਸ ਨੂੰ ਲੈ ਕੇ ਇਹ ਇੰਪਲੀਮੈਂਟ ਹੋ ਚੁੱਕਿਆ, ਅਮਲੀਜ਼ਾਮਾ ਪਹਿਨਾਇਆ ਗਿਆ ਤੇ ਇਹ ਪ੍ਰੋਗਰਾਮ ਹੁਣ ਸਾਡੇ ਸਾਰਿਆਂ ਦੇ ਵਿੱਚ ਹੈ। ਸੋ ਪੇਡ ਸਿਕ ਲੀਵ ਜਿਹੜੀ ਹੈ ਉਹ ਹੁਣ BC ਵਾਸੀਆਂ ਨੂੰ ਵੀ ਜ਼ਰੂਰ ਮਿਲਣ ਜਾ ਰਹੀ ਹੈ। ਸੋ ਇੱਕ ਉਹ ਤੋਹਫਾ ਕਹਿ ਸਕਦੇ ਹਾਂ ਜਿਹਦੀ ਕਿ ਕੋਵਿਡ ਦੌਰਾਨ ਸਪੈਸ਼ਲੀ ਇਸ ਕ੍ਰਾਈਸਿਸ ਦੇ ਵਿੱਚ ਜ਼ਰੂਰਤ ਸੀ ਬਹੁਤ ਜ਼ਿਆਦਾ। ਸੋ ਉਹ ਪ੍ਰੋਗਰਾਮ ਜਿਹੜੇ ਲੈ ਕੇ ਆਏ ਨੇ ਹੈਰੀ ਬੈਂਸ ਉਹਨਾਂ ਨੇ, ਲੇਬਰ ਮਿਨਿਸਟਰ ਨੇ ਹੈਰੀ ਬੈਂਸ, ਉਹਨਾਂ ਨੇ ਜਿਹੜਾ ਇਸ ਦੇ ਉੱਤੇ ਕਾਫੀ ਵਰਕ ਕੀਤਾ, ਕਾਫੀ ਜ਼ਿਆਦਾ ਸਰਕਾਰ ਦੇ ਉੱਤੇ ਜ਼ੋਰ ਵੀ ਪਾਇਆ, ਇਸ ਚੀਜ਼ ਲਈ ਕਾਫੀ ਆਵਾਜ਼ ਚੁੱਕੀ ਤੇ ਆਖਿਰਕਾਰ ਜਿਹੜਾ ਪੇਡ ਸਿਕ ਲੀਵ ਪ੍ਰੋਗਰਾਮ ਉਹ ਮਿਲ ਚੁੱਕਿਆ ਹੈ। ਲੇਬਰ ਮਿਨਿਸਟਰ ਹੈਰੀ ਬੈਂਸ ਸਾਡੇ ਨਾਲ ਮੌਜੂਦ ਨੇ ਸਟੂਡੀਓ ਦੇ ਵਿੱਚ। ਬਹੁਤ ਸਾਰੇ ਮੁੱਦਿਆਂ ਦੇ ਉੱਤੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਤੇ ਮੈਂ ਆਪਣੇ ਦਰਸ਼ਕਾਂ ਨੂੰ ਸਭ ਤੋਂ ਪਹਿਲਾਂ ਦੱਸਦਾ ਕਿ ਪਲੀਜ਼ ਸਮਾਂ ਆਪਣੇ ਕੋਲ ਬਹੁਤ ਥੋੜਾ ਹੈ। ਹੈਰੀ ਬੈਂਸ ਜੀ ਆਪਣੇ ਕੋਲ ਸਿਰਫ ਹਾਫ ਐਨ ਆਵਰ ਤੱਕ ਹੈ, ਸੋ ਇਸ ਲਈ ਕਾਲ ਕਰੂੰਗੇ ਇੱਕ ਲਾਈਨ ਦੇ ਵਿੱਚ ਸਿਰਫ ਗੱਲ ਕੰਪਲੀਟ ਕਰ ਦਿਓ ਔਰ ਇੱਕ ਲਾਈਨ ਦੇ ਵਿੱਚ ਸਿਰਫ ਔਰ ਸਿਰਫ ਮੁੱਦੇ ਦੀ ਗੱਲ ਕਰਨਾ, ਔਰ ਮੁੱਦਾ ਹੈ ਪੇਡ ਸਿਕ ਲੀਵ ਦਾ। ਗੈਂਗ ਵਾਰਾਂ ਜਿਹੜੀਆਂ ਹੋ ਰਹੀਆਂ ਨੇ, ਸ਼ੂਟਿੰਗਸ ਹੋ ਰਹੀਆਂ ਨੇ, ਇਹ ਮੁੱਦੇ ਨੇ, ਸਿਰਫ ਇਸ ਤੇ ਗੱਲ ਕਰਿਓ। ਕੋਸ਼ਿਸ਼ ਕਰਿਓ ਕਾਰੋਬਾਰ ਸੰਬੰਧੀ ਗੱਲ ਕਰੋਗੇ ਤਾਂ ਉਹਦਾ ਤੁਹਾਨੂੰ ਜਵਾਬ ਵਧੀਆ ਮਿਲ ਜਾਏਗਾ। ਸੋ ਹੈਰੀ ਬੈਂਸ ਜੀ ਮੌਜੂਦ ਨੇ। ਹੈਰੀ ਬੈਂਸ ਜੀ ਬਹੁਤ ਬਹੁਤ ਸਵਾਗਤ ਹੈ ਦ ਮਾਰਨਿੰਗ ਸ਼ੋਅ ਦੇ ਵਿੱਚ। ਥੈਂਕ ਯੂ ਜੀ, ਸਤਿ ਸ਼੍ਰੀ ਅਕਾਲ, ਬਹੁਤ ਬਹੁਤ ਜੀ। ਹੈਰੀ ਬੈਂਸ ਜੀ ਸਭ ਤੋਂ ਪਹਿਲਾਂ ਤਾਂ ਬਹੁਤ ਜਿਹੜਾ ਲੋਕ ਸਾਰੇ ਨੇ ਧੰਨਵਾਦ ਕਰ ਰਹੇ ਨੇ ਇਸ ਚੀਜ਼ ਦਾ ਕਿ ਪੇਡ ਸਿਕ ਲੀਵ ਜਿਹੜਾ ਪ੍ਰੋਗਰਾਮ ਹੈ ਇਹਦੀ ਬਹੁਤ ਜ਼ਿਆਦਾ ਜ਼ਰੂਰਤ ਸੀਗੀ BC ਦੇ ਵਿੱਚ, ਖਾਸ ਕਰਕੇ ਜਦੋਂ ਬਾਕੀ ਦੇ ਸੂਬਿਆਂ ਦੇ ਵਿੱਚ ਪੇਡ ਸਿਕ ਲੀਵ ਦਾ ਪ੍ਰੋਗਰਾਮ ਹੈਗਾ ਸੀਗਾ। ਸੋ ਇਹ ਪ੍ਰੋਗਰਾਮ ਬਾਰੇ ਥੋੜ੍ਹਾ ਜਿਹਾ ਵਿਸਥਾਰ ਦੇ ਨਾਲ ਦੱਸੂਗੇ ਵੀ ਇਹ ਕਦੋਂ ਇਸ ਨੂੰ ਅਮਲੀਜ਼ਾਮਾ ਪਹਿਨਾਇਆ ਜਾ ਰਿਹਾ ਹੈ, ਕਦੋਂ ਇਹਦੀ ਡੇਟ ਮਿੱਥੀ ਗਈ ਹੈ, ਇਹ ਕਦੋਂ ਤੋਂ ਸ਼ੁਰੂ ਹੋਣ ਜਾ ਰਿਹਾ ਹੈ, ਕਦੋਂ ਤੱਕ ਰਹੇਗਾ, ਕੀ ਇਹਦੇ ਵਿੱਚ ਬੈਨੀਫਿਟਸ ਹੋਣਗੇ? ਜੀ, ਸੋ ਪਹਿਲਾਂ ਤਾਂ ਤੁਹਾਨੂੰ ਦੱਸਾਂ ਕਿ ਜਿਹੜਾ ਪੈਂਡੈਮਿਕ ਨੇ ਆਪਾਂ ਨੂੰ ਜਦੋਂ ਹਿੱਟ ਕੀਤਾ ਕੋਈ 14-15 ਮਹੀਨੇ ਪਹਿਲਾਂ, ਉਹਦੇ ਵਿੱਚੋਂ ਕਾਫੀ ਮਾਮਲੇ ਜਿਹੜੇ ਬਾਹਰ ਆਏ ਜਿਹੜੇ ਤਕਰੀਬਨ ਲੋਕਾਂ ਨੂੰ ਪਤਾ ਵੀ ਨਹੀਂ ਸੀਗਾ। ਉਹਦੇ ਵਿੱਚ ਜਿਹੜਾ ਵਰਕਰ ਦੀ ਸਪੋਰਟ ਦੀ ਗੱਲ ਆਉਂਦੀ ਆ ਉਹ ਸਾਹਮਣੇ ਆ ਗਈ ਕਿ ਜਦੋਂ ਵਰਕਰ ਬਿਮਾਰ ਹੈਗਾ BC ਦੇ ਵਿੱਚ, ਖਾਸ ਤੌਰ 'ਤੇ ਜੇ ਉਹਨਾਂ ਕੋਲ ਕਲੈਕਟਿਵ ਐਗਰੀਮੈਂਟ ਨਹੀਂ ਹੈਗਾ, ਯੂਨੀਅਨਾਈਜ਼ ਨਹੀਂ ਹੈਗੇ, ਅਤੇ ਉਹਨਾਂ ਦੇ ਕੋਲ ਇਹ ਵੀ ਹੱਕ ਨਹੀਂ ਹੈਗਾ ਕਿ ਉਹ
ਜੇ ਬਿਮਾਰ ਹੈ ਤਾਂ ਘਰ ਰਹਿਣ ਤਾਂ ਉਹਨਾਂ ਦੀ ਜੌਬ ਪ੍ਰੋਟੈਕਟ ਹੋਏਗੀ ਜੀ ਬਿਲਕੁਲ। ਸੋ ਸਭ ਤੋਂ ਪਹਿਲਾ ਕੰਮ ਅਸੀਂ ਇਹ ਕੀਤਾ ਕਿ ਜੌਬ ਪ੍ਰੋਟੈਕਟਿਵ ਲੀਵ ਲੈ ਕੇ ਆਂਦੀ ਵੀ ਜੇ ਤੁਸੀਂ ਕੋਵਿਡ ਦੇ ਨਾਲ ਬਿਮਾਰ ਹੋ ਤਾਂ ਤੁਸੀਂ ਘਰ ਰਹੋਗੇ, ਟਾਈਮ ਆਫ ਕਰੋਗੇ ਤੇ ਤੁਹਾਡੀ ਜੌਬ ਪ੍ਰੋਟੈਕਟ ਹੋਏਗੀ, ਤੁਹਾਨੂੰ ਉਹ ਤੋਂ ਟਰਮੀਨੇਟ ਨਹੀਂ ਕੀਤਾ ਜਾ ਸਕਦਾ। ਦੂਜੀ ਗੱਲ ਕੀਤੀ ਕਿ ਜੇ ਕੰਮ ਦੇ ਉੱਤੇ ਕੋਵਿਡ ਨਾ ਤੁਸੀਂ ਬਿਮਾਰ ਹੋ ਜਾਂਦੇ ਹੋ ਤੇ ਉਹਦੇ ਵਾਸਤੇ ਫਿਰ ਤੁਹਾਨੂੰ ਪਤਾ ਵੀ ਵਰਕ ਸੇਫ ਦੇ ਉੱਤੇ ਕਲੇਮ ਲਈ ਕਾਫੀ ਟਾਈਮ ਲੱਗ ਜਾਂਦਾ, ਦਿਨ ਲੱਗ ਜਾਂਦੇ ਆ, ਵੀਕਸ ਲੱਗ ਜਾਂਦੀਆਂ। ਇਨ ਦਾ ਮੀਨ ਟਾਈਮ ਉਹਨੂੰ ਲੋੜ ਹੁੰਦੀ ਹੈ ਉਸ ਵੇਲੇ। ਸੋ ਉਹ ਅਸੀਂ ਫਾਸਟ ਟਰੈਕ ਕਰ ਦਿੱਤਾ ਕਿ ਉਹਨੂੰ ਕਹਿੰਦੇ ਆ ਪ੍ਰਸੰਪਸ਼ਨ ਕਲਾਜ਼ ਲੈ ਆਂਦੀ ਵਰਕ ਸੇਫ BC ਨੇ। ਫਿਰ ਉਹਦਾ 90 ਡੇਜ਼ ਜਿਹੜਾ ਹੈਗਾ ਵੇਟਿੰਗ ਹੁੰਦਾ ਹੈਗਾ ਉਹਨੂੰ ਲਾਗੂ ਹੋਣ ਬਾਅਦ, ਅਸੀਂ ਉਹ 90 ਡੇ ਵੀ ਉਹ ਵਿੱਚੋਂ ਚੁੱਕ ਦਿੱਤਾ ਵੀ ਤਾਂ ਕਿ ਜਦੋਂ ਕੋਵਿਡ ਦੇ ਨਾਲ ਕੋਈ ਬੰਦਾ ਬਿਮਾਰ ਹੋ ਜਾਂਦਾ ਕੰਮ ਤੇ ਉਹਨੂੰ ਡੇ 1 ਤੋਂ ਪੈਸੇ ਮਿਲਣੇ ਸ਼ੁਰੂ ਹੋ ਜਾਣ, ਉਹਦਾ ਇਲਾਜ ਹੋਣਾ ਸ਼ੁਰੂ ਹੋ ਜਾਏ ਤਾਂ ਕਿ ਉਹ ਉਨੀ ਜਲਦੀ ਤੰਦਰੁਸਤ ਹੋ ਕੇ ਕੰਮ ਤੇ ਜਾ ਸਕੇ। ਫਿਰ ਤੀਸਰਾ ਕੰਮ ਕੀਤਾ ਕਿ ਜਦੋਂ ਪੈਂਡੈਮਿਕ ਦੀ ਆਪਣੀ ਵੈਕਸੀਨੇਸ਼ਨ ਸ਼ੁਰੂ ਹੋ ਗਈ ਉਹਦੇ ਵਿੱਚ ਫਿਰ ਇੱਕ ਨਿਕਲਿਆ ਕਿ ਵਰਕਰ ਨੂੰ ਜੇ ਕੰਮ ਤੋਂ ਬਾਅਦ ਉਹਨੂੰ ਟਾਈਮ ਨਹੀਂ ਮਿਲਦਾ ਹੈਗਾ, ਅਪਾਇੰਟਮੈਂਟ ਨਹੀਂ ਮਿਲਦੀ ਹੈਗੀ ਤੇ ਕੰਮ ਦੇ ਦੌਰਾਨ ਉਹਨਾਂ ਨੂੰ ਜਾਣਾ ਪੈਣਾ। ਆਪਾਂ ਅੱਗੇ ਗੱਲ ਕੀਤੀ ਸੀ ਉਹਦੇ ਬਾਰੇ। ਖਾਸ ਤੌਰ ਤੇ ਰੂਰਲ ਕਮਿਊਨਿਟੀਜ਼ ਹੈਗੀਆਂ ਜਿੱਥੇ ਟਰੈਵਲ ਕਰਕੇ ਕਲੀਨਿਕ ਕੋ ਜਾਣਾ ਪਏਗਾ। ਸੋ ਉਹਨਾਂ ਵਾਸਤੇ ਆਪਾਂ ਪੇਡ 3 ਆਵਰ ਜਿਹੜੇ ਉਹ ਲੈ ਕੇ ਆਂਦੇ। ਫਿਰ ਬਹੁਤ ਵੱਡਾ ਇੱਕ ਸੀਗਾ ਕੰਮ ਚੱਲਿਆ, ਇਹਦੇ ਪੈਰਲਲ ਅਸੀਂ ਕੰਮ ਕਰ ਰਹੇ ਸੀ ਫੈਡਰਲ ਸਰਕਾਰ ਦੇ ਨਾਲ ਕਿਉਂਕਿ ਇਹ ਨੈਸ਼ਨਲ ਐਮਰਜੈਂਸੀ ਆ, ਇਹਦਾ ਨੈਸ਼ਨਲ ਸੋਲੂਸ਼ਨ ਲੱਭਣਾ ਚਾਹੀਦਾ। ਔਰ ਸਾਰੇ ਸੂਬਿਆਂ ਦੇ ਜਿਹੜੇ ਪ੍ਰੀਮੀਅਰ ਸਾਡੇ ਪ੍ਰੀਮੀਅਰ ਨੇ ਬਹੁਤ ਉਹਦਾ ਅੱਗੇ ਵੱਧ ਕੇ ਇਹਦੇ ਉੱਤੇ ਐਡਵੋਕੇਸੀ ਕੀਤੀ ਔਰ ਫੈਡਰਲ ਸਰਕਾਰ ਮੰਨ ਗਏ। ਉਹਨਾਂ ਨੇ ਆਪਣਾ ਜਿਹੜਾ ਕੈਨੇਡਾ ਰਿਕਵਰੀ ਸਿੱਖ ਬੈਨੀਫਿਟ ਪ੍ਰੋਗਰਾਮ ਲੈ ਕੇ ਆਂਦਾ ਪਰ ਉਹਦੇ ਵਿੱਚ ਫਲਾਸ ਸੀਗੇ, ਉਹਦੇ ਵਿੱਚ ਗੈਪ ਸੀਗੇ। ਅਸੀਂ ਫਿਰ ਦੁਬਾਰਾ ਉਹਨਾਂ ਦੇ ਕੋਲ ਗਏ ਵੀ ਇਹ ਜਿਹੜੇ ਗੈਪਸ ਆ ਇਹ ਖਤਮ ਕਰੋ। ਤੇ ਇੱਥੋਂ ਤੱਕ ਕਿ ਅਸੀਂ ਜਦੋਂ BC ਦੇ ਜਿਹੜੇ ਬਿਜ਼ਨਸਿਸ ਨਾਲ ਮਿਲਦੇ ਸੀਗੇ, ਜਿਹੜਾ ਸਾਡਾ ਟਾਸਕ ਫੋਰਸ ਬਣਾਇਆ, ਰਿਕਵਰੀ ਟਾਸਕ ਫੋਰਸ ਬਣਾਇਆ ਸੀਗਾ, ਉਹਦੇ ਵਿੱਚ ਵੀ ਇਹ ਗੱਲ ਉੱਠੀ ਔਰ ਸਾਡੇ ਸੂਬੇ ਦੇ ਵਿੱਚੋਂ ਤਕਰੀਬਨ 20 ਦੇ ਜਿਹੜੀਆਂ ਬਿਜ਼ਨਸ ਨੂੰ ਰੈਪਰੈਜ਼ੈਂਟ ਕਰਨ ਵਾਲੀ ਆਰਗੇਨਾਈਜੇਸ਼ਨਸ ਹੈਗੀਆਂ ਉਹ ਕੱਲੇ 100 ਹਜ਼ਾਰਾਂ ਦੇ ਹਿਸਾਬ ਉਹ ਰੈਪਰੈਜ਼ੈਂਟ ਕਰਦੇ ਆ। ਉਹਨਾਂ ਨੇ ਇਕੱਠੇ ਹੋ ਕੇ ਲੈਟਰ ਲਿਖਿਆ ਪ੍ਰਾਈਮ ਮਿਨਿਸਟਰ ਸਾਹਿਬ ਨੂੰ ਕਿ ਸਾਨੂੰ ਨੈਸ਼ਨਲ ਸੋਲੂਸ਼ਨ ਚਾਹੀਦਾ, ਇਹਦਾ ਨੈਸ਼ਨਲ ਸਿਕ ਲੀਵ ਚਾਹੀਦੀ ਆ। ਸੋ ਉਹ ਮਿਲ ਗਈ ਪਰ ਉਹਦੇ ਵਿੱਚ ਜਿਹੜਾ ਗੈਪ ਸੀਗਾ ਕਿ ਇੱਕ ਤਾਂ ਸੀਗਾ ਕਿ ਉਹ ਤੁਹਾਨੂੰ ਘੱਟ ਤੋਂ ਘੱਟ ਵੀਕ ਦਾ ਅੱਧ ਜਿਹੜਾ ਆ ਉਹ ਲੂਜ਼ ਹੋਵੇ, ਅੱਧੀ ਇਨਕਮ ਲੂਜ਼ ਹੋ ਤਾਂ ਤੁਸੀਂ ਕੁਆਲੀਫਾਈ ਹੁੰਦੇ ਸੀ। ਸੋ ਜੇ ਤੁਸੀਂ ਟੈਸਟ ਕਰਵਾਉਣ ਜਾਂਦੇ ਹੋ ਤੇ 2 ਦਿਨ ਤੁਸੀਂ ਵੇਟ ਕਰਨੀ ਪੈਂਦੀ ਆ, ਉਹ ਪੈਸੇ ਤੁਹਾਡੇ ਨਹੀਂ ਸੀ ਮਿਲਦੇ। ਸੋ ਵਰਕਰ ਕਿਉਂਕਿ ਪੇਚੈਕ ਟੂ ਪੇਚੈਕ ਆ ਬਹੁਤੇ, ਉਹ ਇਸ ਚੀਜ਼ ਤੋਂ ਡਰਦੇ ਟੈਸਟ ਵੀ ਕਰਵਾਉਣ ਨਹੀਂ ਸੀ ਜਾਂਦੇ, ਪਤਾ ਮੇਰੇ ਪੈਸੇ ਲੂਜ਼ ਹੋ ਜਾਣੇ ਆ। ਫਿਰ ਜੇ ਕੁਆਲੀਫਾਈ ਵੀ ਹੋ ਜਾਂਦੇ ਸੀ ਤਾਂ ਫਿਰ $500 ਵੀਕ ਦਾ ਮਿਲਦਾ ਸੀ, ਉਹ ਸਾਡੀ ਮਿਨੀਮਮ ਵੇਜ ਤੋਂ ਵੀ ਘੱਟ ਆ। ਸੋ ਅਸੀਂ ਉਹਨਾਂ ਦੇ ਧਿਆਨ 'ਚ ਲਿਆਂਦਾ। ਉਹਨਾਂ ਨੇ ਫਿਰ ਇੱਕ ਚੀਜ਼ ਤਾਂ ਫਿਕਸ ਕਰ ਦਿੱਤੀ, 2 ਵੀਕ ਵਾਸਤੇ ਹੁੰਦਾ ਸੀ ਪ੍ਰੋਗਰਾਮ, ਉਹਨੇ 4 ਵੀਕ ਲਈ ਕਰ ਦਿੱਤਾ ਪਰ ਉਹਦੇ ਦੂਜੇ 2 ਗੈਪ ਸੀ ਉਹ ਨਹੀਂ ਫਿਕਸ ਕੀਤੇ। ਫਿਰ ਅਸੀਂ ਦੁਬਾਰਾ ਉਹਨਾਂ ਦਾ ਬਜਟ ਆਇਆ, ਅਸੀਂ ਦੁਬਾਰਾ ਸਾਡੇ ਫਾਈਨੈਂਸ ਮਿਨਿਸਟਰ, ਮੈਂ, ਬਾਕੀ ਦੇ ਜਿਹੜੇ ਹੈਗੇ ਆ ਮਾਰਚ ਪਹਿਲੀ ਨੂੰ ਜਿਹੜੇ ਸਾਡੇ ਸੂਬਿਆਂ ਦੇ ਬਾਕੀ ਲੇਬਰ ਮਿਨਿਸਟਰ ਹੈਗੇ ਆ ਉਹਨਾਂ ਦੀ ਫੈਡਰਲ ਲੇਬਰ ਮਿਨਿਸਟਰ ਨਾਲ ਮੀਟਿੰਗ ਹੋਈ, ਉਹਨਾਂ ਦੇ ਧਿਆਨ 'ਚ ਫੇਰ ਲਿਆਂਦਾ ਵੀ ਇਹਦੇ ਤੇ ਗੌਰ ਕਰਨ ਦੀ ਲੋੜ ਆ ਔਰ ਇਮੀਡੀਏਟ ਗੌਰ ਕਰਨ ਦੀ ਲੋੜ ਆ। ਸਾਨੂੰ ਹਿੰਟ ਮਿਲੇ ਕਿ ਉਹ ਕੋਈ ਨਾ ਕੋਈ ਮਾਡਲ ਲੱਭ ਲੈਣਗੇ। ਓਨਟਾਰੀਓ ਨੇ ਸਟਾਰਟ ਕੀਤਾ, ਜਦੋਂ ਦੇਖਿਆ ਵੀ ਫੈਡਰਲ ਸਰਕਾਰ ਨਹੀਂ ਕਰ ਰਹੀ, ਓਨਟਾਰੀਓ ਨੇ ਕਿਹਾ ਕਿ ਠੀਕ ਹੈ ਤੁਸੀਂ ਟਾਪ ਅਪ ਕਰ ਦਿਓ, ਅਸੀਂ ਤੁਹਾਨੂੰ ਰਿਫੰਡ ਕਰ ਦਾਂਗੇ। ਪਰ ਉਹ ਫੈਡਰਲ ਸਰਕਾਰ ਕਹਿੰਦੀ ਨੋ ਅਸੀਂ ਕਰ ਨਹੀਂ ਸਕਦੇ। ਫਿਰ ਅਸੀਂ BC ਵਾਲਿਆਂ ਨੇ ਕਿਹਾ ਕਿ ਇੱਕ ਡਿਫਰੈਂਟ ਮਾਡਲ ਹੈਗਾ ਕਿ ਅਸੀਂ ਟਾਪ ਅਪ ਕਰ ਦਿੰਦੇ ਹਾਂ, ਸਾਨੂੰ ਤੁਸੀਂ ਉਹਨੂੰ ਕਲਾਬੈਕ ਨਾ ਕਰੋ। ਪਰ ਉਹ ਕਹਿੰਦੇ ਨਹੀਂ ਅਸੀਂ ਇਹ ਕਲਾਬੈਕ ਵਾਲੀ ਜਿਹੜੀ ਕੰਡੀਸ਼ਨ ਹਟਾ ਨਹੀਂ ਸਕਦੇ। ਸੋ ਜਿਹੜਾ ਇੱਕ ਗੈਪ ਜਿਹੜਾ ਅਸੀਂ ਆਪ ਕਰ ਸਕਦੇ ਸੀ ਉਹ ਸੀ ਜਿਹੜੇ ਪਹਿਲੇ 2-2.5 ਦਿਨ ਜਿਹੜੇ ਬੰਦੇ ਨੂੰ ਲੂਜ਼ ਕਰਨੇ ਪੈਂਦੇ ਸੀ, ਪੈਸੇ ਨਹੀਂ ਸੀ ਮਿਲਦੇ, ਉਹਦੇ ਵਾਸਤੇ ਅਸੀਂ 3 ਦਿਨ ਦੀ ਜਿਹੜੀ ਹੈਗੀ ਆ ਪੇਡ ਸਿਕ ਲੀਵ ਹੋਏਗੀ ਜਿਹੜੀ ਕਿ ਇੰਪਲੋਇਰ ਤੁਹਾਨੂੰ ਆਪਣੀ ਪੇਰੋਲ ਤੇ ਰੱਖੇਗਾ, ਤੁਹਾਡੀ ਕੋਈ ਗੈਪ ਨਹੀਂ ਪਏਗਾ ਵੇਜਸ ਦੇ ਵਿੱਚ ਤੇ ਅਸੀਂ ਫਿਰ ਉਸ ਇੰਪਲੋਇਰ ਨੂੰ ਅਪ ਟੂ $200 ਜਿਹੜਾ ਆ ਉਹ ਰਿਫੰਡ ਕਰ ਦਾਂਗੇ ਥਰੂ WCB। ਉਹਨਾਂ ਨੇ ਸੈਪਰੇਟ ਸਿਸਟਮ ਤਿਆਰ ਹੋਏਗਾ ਜਿਹਦਾ ਕਿ ਅਸੀਂ ਸਾਰੇ ਸਰਕਾਰ ਪੇ ਕਰੇਗੀ ਉਹਨੂੰ। ਤਾਂ ਦੂਜਾ ਭਾਗ ਹੈ ਜਿਹੜਾ ਬਿੱਲ ਜਿਹੜਾ ਮੈਂ ਇੰਟਰੋਡਿਊਸ ਕੀਤਾ ਟਿਊਜ਼ਡੇ, ਉਹ ਹੈਗਾ ਕਿ ਇਹਦੇ ਲਈ ਇੱਕ ਲੌਂਗ ਟਰਮ ਸੋਲੂਸ਼ਨ ਚਾਹੀਦਾ। ਇਹ ਨਾ ਹੋਵੇ ਬਾਰ-ਬਾਰ ਅਸੀਂ ਮੁੜ ਕੇ ਪਿੱਛਾ ਮੁੜ ਕੇ ਦੇਖੀਏ ਜਾਂ ਹੁਣ ਕੀ ਕਰੀਏ। ਸੋ ਉਹਦੇ ਵਾਸਤੇ ਅਸੀਂ ਇੱਕ ਪ੍ਰੋਵੀਜ਼ਨ ਰੱਖ ਦਿੱਤੀ ਹੈ ਇਸ ਬਿੱਲ ਦੇ ਵਿੱਚ ਕਿ ਜਨਵਰੀ 1 ਤੋਂ ਇੱਕ ਪਰਮਾਨੈਂਟ ਜਿਹੜਾ ਹੈਗਾ ਆ ਉਹ ਸਿਕ ਲੀਵ ਦੀ ਪ੍ਰੋਵੀਜ਼ਨ ਆਏਗੀ ਇੰਪਲੋਇਮੈਂਟ ਸਟੈਂਡਰਡ ਦੇ ਵਿੱਚ। ਹੁਣ ਤੋਂ ਲੈ ਕੇ ਅਸੀਂ ਦਸੰਬਰ 31 ਤੱਕ ਲੋਕ ਜਿਹੜੇ ਹੈਗੇ ਬਿਜ਼ਨਸਿਸ ਹੈਗੇ ਆ, ਲੇਬਰ ਹੈਗੇ ਆ, ਬਾਕੀ ਵਰਕਰ, ਉਹਨਾਂ ਨਾਲ ਅਸੀਂ ਵਾਰਤਾਲਾਪ ਕਰਕੇ ਕੰਸਲਟੇਸ਼ਨ ਕਰਕੇ ਵੀ ਕਿਹੋ ਜਿਹਾ ਮਾਡਲ ਹੋਵੇ, ਕਿੰਨੇ ਦਿਨ ਚਾਹੀਦੇ ਆ, ਉਹਦਾ ਡਿਸੀਜਨ ਦਸੰਬਰ 31 ਤੋਂ ਪਹਿਲਾਂ ਬਣ ਜਾਏਗਾ। ਔਰ ਲੌਂਗ ਟਰਮ ਵਾਸਤੇ ਜੇ ਹਾਊਸ ਦੇ ਵਿੱਚ ਪਾਸ ਹੋ ਗਿਆ ਬਿੱਲ, ਮੈਨੂੰ ਆਸ ਹੈ ਕਿ ਪਾਸ ਹੋ ਜਾਏਗਾ, ਤੇ ਫਿਰ ਅਸੀਂ ਪਰਮਾਨੈਂਟ ਇੱਕ ਸਿਕ ਲੀਵ ਜਿਹੜੀ ਪ੍ਰੋਵੀਜ਼ਨ ਸਾਡੇ BC ਵਿੱਚ ਹੋਏਗੀ ਕਿਉਂਕਿ ਪੈਂਡੈਮਿਕ ਤਾਂ ਹੋ ਸਕਦਾ ਖਤਮ ਹੋ ਜਾਣਾ। ਬਿਲਕੁਲ। ਫਿਰ ਉਸ ਤੋਂ ਬਾਅਦ ਤੁਸੀਂ ਦੇਖੋ ਕਿ ਇਨਫਲੂਐਂਜ਼ਾ ਜਿਹੜਾ ਹਰੇਕ ਸਾਲ ਆਉਂਦਾ, ਵਰਕਰ ਜੇ ਬਿਮਾਰ ਕੰਮ ਤੇ ਜਾਂਦਾ ਉੱਥੇ ਜਾ ਕੇ ਦੂਜਿਆਂ ਨੂੰ ਬਿਮਾਰ ਕਰਦਾ, ਐਬਸੈਂਟੀਜ਼ਮ ਵੱਧਦੀ ਆ, ਉਹਦੇ ਨਾਲ ਪ੍ਰੋਡਕਟਿਵਿਟੀ ਘਟਦੀ ਆ ਤੇ ਇਹਦੇ ਨਾਲ ਬਿਜ਼ਨਸ ਨੂੰ ਵੀ ਨੁਕਸਾਨ
ਹੁੰਦਾ ਤਾਂ ਵਰਕਰ ਵੀ ਬਿਮਾਰ ਹੁੰਦੇ ਆ। ਸੋ ਇਸ ਕਰਕੇ ਉਹਦਾ ਦੋਨਾਂ ਹੀ ਬਿਜ਼ਨਸ ਨੂੰ ਤੇ ਵਰਕਰ ਨੂੰ ਫਾਇਦਾ ਹੋਏਗਾ। ਸੋ ਇਹ ਦੋ ਭਾਗ ਹੈਗੇ ਆ ਬਿੱਲ ਦੇ। ਮੈਨੂੰ ਆਸ ਆ ਕਿ ਹਾਲੇ ਡਿਬੇਟ ਚੱਲ ਰਹੀ ਆ ਜੀ, ਬਿਲਕੁਲ ਨੈਕਸਟ ਵੀਕ ਵਿੱਚ ਪਾਸ ਹੋ ਜਾਏਗਾ, ਫਿਰ ਰੋਇਲ ਅਸੈਂਟ ਮਿਲਣ ਤੇ ਫਿਰ ਲਾਗੂ ਹੋ ਜਾਏਗਾ। ਬਿਲਕੁਲ ਉਮੀਦ ਕਰਦੇ ਹਾਂ ਨੈਕਸਟ ਵੀਕ 'ਚ ਪਾਸ ਹੋ ਜਾਏ ਤੇ ਨੈਕਸਟ ਵੀਕ ਫਿਰ ਤੁਸੀਂ ਸਾਡੇ ਨਾਲ ਬੈਠੇ ਹੋ ਤਾਂ ਫਿਰ ਆਪਾਂ ਗੱਲਾਂ ਕਰੀਏ, ਉਹਦੀ ਵਧਾਈ ਵੀ ਦਿੰਦੇ ਹੋਈਏ। ਹੈਰੀਬੈਂਸ ਸਰ, ਇਹਦੇ ਵਿੱਚ ਕੈਟਾਗਰੀ ਜਿਹੜੀ ਹੈ ਕਿਹੜੀ ਸ਼ਾਮਿਲ ਹੋਏਗੀ? ਲਾਈਕ ਇੱਥੇ ਮੈਂ ਵਰਕਰਾਂ ਦੀ ਵੀ ਗੱਲ ਕਰਨੀ ਆ ਤੇ ਨਾਲ ਹੀ ਬਿਜ਼ਨਸ ਜਿਹੜੇ ਨੇ, ਕਿਉਂਕਿ ਕਈ ਲੋਕ ਜਿਹੜੇ ਨੇ ਆਮ ਲੋਕ, ਉਹਨਾਂ ਨੂੰ ਸ਼ਾਇਦ ਹਜੇ ਵੀ ਇਸ ਬਿੱਲ ਦੀ ਸਮਝ ਨਹੀਂ ਆ ਰਹੀ ਵੀ ਕੀ ਸ਼ਾਮਿਲ ਹੋਏਗਾ। ਉਹਨਾਂ ਨੂੰ ਲੱਗਦਾ ਸ਼ਾਇਦ ਅਸੀਂ ਪਤਾ ਨਹੀਂ ਇਹਦੇ ਵਿੱਚ ਸ਼ਾਮਿਲ ਹੋਵਾਂਗੇ, ਅਸੀਂ ਯੋਗ ਹੈ ਇਹਦੇ ਵਾਸਤੇ, ਐਲੀਜੀਬਲ ਹੈ ਜਾਂ ਨਹੀਂ। ਸੋ ਇਸ ਕੈਟਾਗਰੀ ਬਾਰੇ ਵੀ ਥੋੜਾ ਜਿਹਾ ਦੱਸ ਦਿਓ। ਜੀ ਦੇਖੋ, ਕੋਈ ਵੀ ਜਿਹੜਾ ਵਰਕਰ ਦਾ ਤੇ ਇੰਪਲੋਇਰ ਦਾ ਇੰਪਲੋਈ ਰਿਲੇਸ਼ਨਸ਼ਿਪ ਹੈਗਾ, ਉਹ ਵਰਕਰ ਕੁਆਲੀਫਾਈ ਹੈਗਾ। ਓਕੇ। ਤੇ ਔਰ ਤਕਰੀਬਨ ਮੈਂ ਕਹਿੰਦਾ ਓਵਰ 90% ਲੋਕ ਜਿਹੜੇ ਆ ਵਰਕ ਸੇ BC ਨਾਲ ਰਜਿਸਟਰ ਹੋ ਚੁੱਕੇ ਆ, ਜਿਹੜੇ ਬਿਜ਼ਨੈਸਸ ਹੈਗੇ ਆ। ਔਰ ਇਸ ਕਰਕੇ ਤਾਂ ਹੀ ਅਸੀਂ WCB ਨੂੰ ਰਿਕੁਐਸਟ ਕੀਤੀ ਕਿ ਤੁਸੀਂ ਪ੍ਰੋਗਰਾਮ ਇਹਨੂੰ ਮੈਨੇਜ ਕਰ ਦਿਓ, ਕਿਉਂਕਿ ਉਹਨਾਂ ਦੇ ਕੋਲ ਆਲਰੇਡੀ ਸੰਬੰਧ ਬਣ ਚੁੱਕਾ ਆ ਬਿਜ਼ਨੈਸਸ ਦੇ ਨਾਲ। ਸੋ ਫਿਰ ਆਨਲਾਈਨ ਉਹ ਪ੍ਰੋਗਰਾਮ ਬਣਾ ਲੈਣਗੇ। ਉਹਦੇ ਵਿੱਚ ਜਿਹੜਾ WCB ਨੂੰ ਨਾਰਮਲ ਤੌਰ ਤੇ ਇੰਪਲੋਇਰ ਪੇ ਕਰਦੇ ਆ ਆਪਣੇ ਪ੍ਰੀਮੀਅਮ, ਉਹ ਬਿਲਕੁਲ ਨਹੀਂ ਉਹ ਖਰਚ ਹੋਏਗਾ। ਅਸੀਂ ਬਿਲਕੁਲ ਪੂਰੇ ਦਾ ਪੂਰਾ ਐਡਮਿਨਿਸਟ੍ਰੇਸ਼ਨ ਫੀ ਤੇ ਇਹਨੂੰ ਰੀਫੰਡੇਸ਼ਨ, ਜਿਹੜੀ ਰੀਫੰਡ ਕਰਨ ਰੀਇੰਬਰਸਮੈਂਟ ਜਿਹੜੇ ਪੈਸੇ ਆ, ਉਹ ਸਾਰੇ ਪੂਰੇ ਦੇ ਪੂਰੇ ਪੈਸੇ ਮਿਲਣਗੇ। ਪਰ ਸਿਰਫ ਉਹਨਾਂ ਦਾ ਸਿਸਟਮ ਯੂਜ਼ ਹੋਏਗਾ ਤੇ ਉਹ ਸਿਸਟਮ ਨੂੰ ਇਹ ਆ ਕਿ ਆਨਲਾਈਨ ਇੰਪਲੋਇਰ ਅਪਲਾਈ ਕਰੇਗਾ ਕਿ ਮੇਰੇ ਵਰਕਰ ਨੇ ਸਿਕ ਲੀਵ ਲਈ ਆ ਤੇ ਮੈਨੂੰ 1 ਦਿਨ ਦੀ ਜਾਂ 2 ਦਿਨ ਦੀ ਜਾਂ 3 ਦਿਨ ਦੀ, ਤੇ ਉਹਦੀ ਰੀਫੰਡ ਚਾਹੀਦੀ ਆ, ਰੀਇੰਬਰਸਮੈਂਟ ਚਾਹੀਦੀ ਆ, ਤੇ WCB ਉਹਨਾਂ ਨੂੰ ਆਨਲਾਈਨ ਹੀ ਉਹ ਰੀਫੰਡ ਕਰ ਦੇਣਗੇ। ਸੋ ਬਹੁਤ ਜਲਦੀ ਪ੍ਰੋਗਰਾਮ ਇਹ ਸੈੱਟ ਹੋ ਜਾਏਗਾ ਤੇ ਜਲਦੀ ਜਿਹੜਾ ਵਰਕਰ ਜਿਹੜੇ ਸਿਕ ਲੀਵ ਲੈਣਗੇ ਤਾਂ ਉਹਨਾਂ ਦੀ ਵੇਜ ਦੇਖੋ, ਇਹ ਦੇਖਣਾ ਪੈਣਾ। ਆਪਣਾ ਮਤਲਬ ਇਹ ਹੈ ਕਿ ਹੁਣ ਤੋਂ ਲੈ ਕੇ ਦਸੰਬਰ ਤੱਕ, ਜਿੰਨਾ ਚਿਰ ਪੈਂਡੈਮਿਕ ਹੈਗਾ, ਉਦੋਂ ਤੋਂ ਇਹ ਜਿਹੜਾ ਸ਼ਾਰਟ ਟਰਮ ਆਪਣਾ ਪ੍ਰੋਗਰਾਮ ਹੈ, ਵਰਕਰ ਸਵੇਰ ਨੂੰ ਉੱਠਦਾ, ਉਹ ਬਿਮਾਰ ਫੀਲ ਕਰਦਾ, ਉਹਨਾਂ ਕੋਲ ਸਾਈਨਸ ਸਿੰਪਟਮਸ ਹੈਗੇ ਆ, ਬਿਮਾਰ ਆ, ਉਹਨੂੰ ਹੁਣ ਇਸ ਵੇਲੇ ਛੁੱਟੀ ਲੈ ਸਕਦਾ। ਉਹਨੂੰ ਇਹ ਪਤਾ ਵੀ ਮੇਰੇ ਵੇਜਸ ਨਹੀਂ ਲੂਜ਼ ਹੋਣੇ। ਸੋ ਦੂਜੇ ਕੰਮ ਤੇ ਜਾਏਗਾ, ਨਹੀਂ ਤਾਂ ਉਹ ਫੋਰਸ ਹੋ ਕੇ ਤੇ ਉੱਥੇ ਜਾ ਕੇ ਦੂਜਿਆਂ ਨੂੰ ਵੀ ਉਹ ਟਰਾਂਸਮਿਟ ਕਰੇਗਾ ਤੇ ਫਿਰ ਬਿਜ਼ਨਸ ਵੀ ਬੰਦ ਹੋ ਜਾਂਦਾ। ਹੁਣ ਪਿੱਛੇ ਕੁਝ ਵੀਕ ਦੇ ਵਿੱਚ 70 ਤੋਂ ਵੱਧ ਬਿਜ਼ਨਸ ਬੰਦ ਕਰਨੇ ਪਏ, ਕਿਉਂਕਿ ਉੱਥੇ ਇਹਦਾ ਫੁਆਰਾ ਬਹੁਤ ਜ਼ਿਆਦਾ ਹੋ ਗਿਆ ਨਾ। ਸੋ ਉਹ ਬਿਜ਼ਨਸ ਬਹੁਤਾ ਜ਼ਿਆਦਾ ਘਾਟਾ ਪੈਂਦਾ ਫਿਰ। ਸੋ ਇਸ ਕਰਕੇ ਬਿਜ਼ਨਸ ਨੂੰ ਵੀ ਫਾਇਦਾ ਕਰਨ ਵਾਸਤੇ ਇਹਦਾ ਹੈਗਾ ਤੇ ਇਹਦੇ ਨਾਲ ਵਰਕਰ ਨੂੰ ਵੀ ਫਾਇਦਾ ਹੋਏਗਾ। ਜੀ ਹੈਰੀ ਜੀ, ਕੁਝ ਕੈਟਾਗਰੀ ਇਹ ਵੀ ਹੈਗੀ ਹੈ, ਉਹ ਲੋਕ ਜਿਹੜੇ ਕਹਿੰਦੇ ਵੀ ਜਿਹਨੂੰ ਖੁਦ ਨੂੰ ਸ਼ਾਇਦ ਉਹ ਬਿਮਾਰ ਨਹੀਂ ਹੈ, ਪਰ ਉਹਨੂੰ ਆਪਣੇ ਪਰਿਵਾਰ ਦੀ ਦੇਖਭਾਲ ਕਰਨ ਦੇ ਲਈ, ਜੇ ਉਹਨਾਂ ਦੇ ਫੈਮਿਲੀ ਦੇ ਵਿੱਚ ਕੋਈ ਹੈ ਤਾਂ ਸੰਭਾਲਣ ਦਾ ਜ਼ਰੀਆ ਸਿਰਫ ਉਹੀ ਵਰਕਰ ਹੀ ਹੈ, ਉਹਨੂੰ ਹੀ ਸੰਭਾਲਣਾ ਪੈਣਾ, ਚਾਹੇ ਉਹਨਾਂ ਦਾ ਬੱਚਾ ਹੈ, ਚਾਹੇ ਫੈਮਿਲੀ ਹੈ। ਸੋ ਉਹ ਇਹਦੇ ਵਿੱਚ ਯੋਗ ਹੋਣਗੇ, ਉਹ ਵੀ ਕਰ ਸਕਦੇ ਨੇ ਇਹਦੇ ਲਈ ਅਪਲਾਈ? ਇਹਦੇ ਵਿੱਚ 3-4 ਕ੍ਰਾਈਟੇਰੀਆਸ ਹੈਗੇ ਆ। ਇੱਕ ਤਾਂ ਵੀ ਤੁਹਾਨੂੰ ਆਪ ਨੂੰ ਕੋਵਿਡ ਹੋ ਗਿਆ, ਦੂਜਾ ਤੁਸੀਂ ਕੋਵਿਡ ਨੂੰ ਐਕਸਪੋਜ਼ ਹੋ ਗਏ ਆ, ਘਰ ਦੇ ਵਿੱਚ ਕਿਸੇ ਨੂੰ ਕੋਵਿਡ ਹੋਇਆ, ਤੁਸੀਂ ਉਹਦੇ ਨਾਲ ਰਹਿੰਦੇ ਹੋ, ਫਿਰ ਤੁਸੀਂ ਸੈਲਫ ਆਈਸੋਲੇਸ਼ਨ ਕਰਦੇ ਹੋ, ਜਾਂ ਪ੍ਰੋਵਿੰਸ਼ੀਅਲ ਹੈਲਥ ਆਫਿਸਰ ਦੀ ਹਦਾਇਤ ਹੈਗੀ ਆ ਵੀ ਇਹਨਾਂ ਕੰਡੀਸ਼ਨਾਂ ਤੁਸੀਂ ਘਰ ਬੈਠੋ, ਜਾਂ ਤੁਹਾਡਾ ਇੰਪਲੋਇਰ ਕਹਿੰਦਾ ਵੀ ਤੂੰ ਘਰ ਬੈਠ, ਲੱਗਦਾ ਹੈ ਕਿ ਤੂੰ ਠੀਕ ਨਹੀਂ ਹੈਗਾ। ਸੋ ਉਹ ਇਹਨਾਂ ਸਾਰੀਆਂ ਹਾਲਾਤਾਂ ਦੇ ਵਿੱਚ ਉਹਨੂੰ ਉਹ ਘਰ ਬੈਠਣਗੇ ਤਾਂ ਉਹਨਾਂ ਨੂੰ ਅਪ ਟੂ 3 ਡੇਜ਼ ਜਿਹੜੇ ਪੇ ਮਿਲੇਗੀ। ਔਰ ਹੈਰੀ ਜੀ, ਉਹ ਕੈਟਾਗਰੀ ਜਿਨ੍ਹਾਂ ਨੇ ਮੰਨ ਲਓ ਕੋਵਿਡ ਲਈ ਟੈਸਟ ਦਿੱਤਾ ਹੋਇਆ ਤਾਂ ਉਹ ਵੇਟ ਕਰ ਰਹੇ ਆ ਆਪਣੇ ਰਿਜ਼ਲਟ ਦਾ। ਜੀ, ਸੋ ਉਹ ਠੀਕ ਆ ਬਿਲਕੁਲ। ਜਦੋਂ ਹੁਣ ਤੁਸੀਂ ਕੋਵਿਡ ਦਾ ਜਦੋਂ ਟੈਸਟ ਦਿੱਤਾ, ਇਹਦਾ ਮਤਲਬ ਤੁਸੀਂ ਕੋਵਿਡ ਨਾਲ ਇਨਫੈਕਟਡ ਹੋ ਚੁੱਕੇ ਆ, ਜਾਂ ਤੁਹਾਨੂੰ ਸ਼ੱਕ ਹੈਗੀ ਆ। ਸੋ ਤਾਂ ਹੀ ਹੈ ਨਾ, ਇਸ ਜੇ ਤੁਸੀਂ ਫਰਜ਼ ਕੀਤਾ ਸਵੇਰ ਨੂੰ ਉੱਠੇ ਆ ਤਾਂ ਤੁਹਾਨੂੰ ਲੱਗਦਾ ਬਿਮਾਰ ਆ, ਤੁਸੀਂ ਕੋਵਿਡ ਦਾ ਟੈਸਟ ਦੇਣ ਗਏ, ਉਹ 2 ਦਿਨ ਲੱਗ ਜਾਣੇ ਤੁਹਾਨੂੰ ਉਹਦਾ ਟੈਸਟ, ਉਹ ਤੁਸੀਂ ਕਵਰਡ ਹੈਗੇ ਆ। ਓਕੇ, ਉਹ ਕਵਰਡ ਹੈ ਜੀ, ਬਿਲਕੁਲ ਠੀਕ ਹੈ। ਹੈਰੀਬੈਂਸ ਜੀ, ਇੱਕ ਇਹਦੇ ਵਿੱਚ ਕਵਰੇਜ ਦਾ ਵੀ ਸੀਗਾ ਵੀ ਜਿਹੜੇ ਪੈਸੇ ਹੈ, ਕਿਉਂਕਿ ਬਿਜ਼ਨਸ ਵਾਲੇ ਵੀ ਇਸ ਗੱਲ ਦੀ ਡਿਮਾਂਡ ਕਰ ਰਹੇ ਸੀਗੇ ਵੀ ਸਾਨੂੰ ਵੀ ਕੋਈ ਹੈਲਪ ਦੀ ਲੋੜ ਹੈ। ਸੋ ਇਸ ਪ੍ਰੋਗਰਾਮ ਦੇ ਵਿੱਚ ਕੀ ਉਹਨਾਂ ਵਾਸਤੇ ਹੈਲਪ ਜਾਰੀ ਹੈ ਔਰ ਕਿੰਨੀ ਉਹ ਹੈਲਪ ਜਾਰੀ ਹੈਗੀ ਹੈ, ਤੇ ਜੇ ਲੋਕਾਂ ਨੂੰ ਵੀ ਜਿਹੜਾ ਰੀਇੰਬਰਸਮੈਂਟ ਹੋਣੀ ਹੈ ਉਹਦੇ ਵਿੱਚ ਕਿੰਨੀ ਕੁ ਰਕਮ ਸ਼ਾਮਿਲ ਹੈ? ਹਾਂ, ਵਧੀਆ ਸਵਾਲ ਹੈ, ਕਿਉਂਕਿ ਅਸੀਂ ਦੇਖਿਆ ਸੀ ਵੀ ਦੋ ਅਸੀਂ ਪ੍ਰਿੰਸੀਪਲ ਹੈਗੇ ਆ। ਇੱਕ ਤਾਂ ਹੈਗਾ ਜੇ ਵਰਕਰ ਫੀਲ ਬਿਮਾਰ ਕਰਦਾ ਕੋਵਿਡ ਦੇ ਨਾਲ ਤੇ ਉਹ ਘਰ ਰਵੇ ਤਾਂ ਉਹਦੀ ਫੁੱਲ ਵੇਜ ਜਿਹੜੀ ਆ ਉਹਨੂੰ ਮਿਲਦੀ ਰਵੇ, ਤੇ ਇੰਪਲੋਇਰ ਉਹਨੂੰ ਪੇ ਕਰੇਗਾ, ਔਰ ਫਿਰ ਉਹ ਇੰਪਲੋਇਰ ਨੂੰ ਅਸੀਂ ਰੀਫੰਡ ਕਰਾਂਗੇ ਅਪ ਟੂ $200 ਪਰ ਡੇ ਪਰ ਇੰਪਲੋਈ। ਸੋ ਜੇ ਕਿਸੇ ਇੰਪਲੋਇਰ ਦਾ ਵਰਕਰ ਨੇ 2 ਦਿਨ ਆਫ ਕਰ ਲਏ ਤੇ ਉਹ ਫਿਰ WCB ਦੇ ਅਪਲਾਈ ਕਰੇਗਾ, ਇੰਪਲੋਇਰ ਉਸ ਵਰਕਰ ਨੂੰ ਪੇ ਕਰੇਗਾ ਰਾਈਟ ਵੇ, ਪਰ ਉਹ ਫਿਰ ਅਪਲਾਈ ਕਰੇਗਾ WCB ਦੇ ਕੋਲ 2 ਦਿਨ ਦੇ ਜਿਹੜੇ ਅਪ ਟੂ $200 ਪਰ ਡੇ ਦੇ, ਉਹਨਾਂ ਨੂੰ ਮਿਲ ਜਾਣਗੇ $400 2 ਦਿਨ ਦਾ। ਓਕੇ,
ਚਲੋ ਆਈ ਥਿੰਕ ਇਹ ਵਧੀਆ ਚੀਜ਼ ਹੈ ਵੀ ਲੋਕੀ ਇਸ ਚੀਜ਼ ਦੀ ਡਿਮਾਂਡ ਵੀ ਕਰ ਰਹੇ ਸੀਗੇ ਤੇ ਲੋਕ ਜੇ ਇਸ ਕੈਟਾਗਰੀ ਦੇ ਵਿੱਚ ਕਾਫੀ ਸ਼ਾਮਿਲ ਹੋ ਰਹੇ ਤਾਂ ਹੋ ਸਕਦਾ ਬਿਜ਼ਨਸ ਨੂੰ ਵੀ ਕਾਫੀ ਜ਼ਿਆਦਾ ਇਹਦੇ ਵਿੱਚ ਹੈਲਪ ਮਿਲ ਸਕੇ। ਬਿਜ਼ਨਸ ਦੀ ਹੈਰੀਬੈਂਸ ਦੀ ਆਪਾਂ ਗੱਲ ਕਰੀਏ ਤਾਂ ਬਹੁਤ ਸਾਰੇ ਕਾਰੋਬਾਰ ਅਜਿਹੇ ਨੇ ਜਿੱਥੇ ਕਾਮਿਆਂ ਦੀ ਲੋੜ ਹੈ ਇਸ ਵੇਲੇ, ਉਹਨਾਂ ਨੂੰ ਵਰਕਰਸ ਮਿਲ ਨਹੀਂ ਰਹੇ, ਚਾਹੇ ਅਸੀਂ ਕੰਸਟਰਕਸ਼ਨਸ ਦੇ ਕੰਮ ਦੀ ਗੱਲ ਕਰ ਲਈਏ ਜਾਂ ਫਿਰ ਕੋਈ ਹੋਰ। ਤੇ ਹੁਣ ਉਹ ਜਿਹੜੇ ਕੰਮ ਹੈ ਉਹ ਸਰਕਾਰ ਕੀ ਉਹਦੇ ਵਾਸਤੇ ਕਰ ਰਹੀ, ਉਹ ਕਿੱਥੋਂ ਲਿਆਂਦੇ ਜਾਣਗੇ? ਕੀ ਭਾਰਤ ਤੋਂ ਹੀ ਜ਼ਿਆਦਾਤਰ ਕੰਮ ਜਿਹੜੇ ਆ ਉਹ ਸੱਦੇ ਜਾਣਗੇ? ਕੋਈ ਇੱਦਾਂ ਦਾ ਪ੍ਰੋਗਰਾਮ ਵੀ ਵਿਚਾਰ ਵਟਾਂਦਰਾ ਹੋ ਰਿਹਾ ਇੱਦਾਂ ਦੇ ਪ੍ਰੋਗਰਾਮ ਤੇ? ਇਹ ਕੋਵਿਡ ਤੋਂ ਪਹਿਲਾਂ ਆਪਣੀ ਇਕਾਨਮੀ ਬਹੁਤ ਹੌਟ ਸੀਗੀ BC ਦੇ ਵਿੱਚ, ਤਕਰੀਬਨ ਕੈਨੇਡਾ ਤੋਂ ਸਭ ਤੋਂ ਵਧੀਆ ਇਕਾਨਮੀ ਸੀ, ਸਭ ਤੋਂ ਜ਼ਿਆਦਾ ਜੌਬ ਗਰੋਥ, ਸਭ ਤੋਂ ਵਧੀਆ ਇਕਨੋਮਿਕ ਗਰੋਥ ਚੱਲ ਰਹੀ ਸੀਗੀ। ਉਦੋਂ ਵੀ ਕੰਮ ਨਹੀਂ ਲੱਭ ਰਹੇ ਸੀ ਕੁਝ ਸੈਕਟਰ ਦੇ ਵਿੱਚ, ਖਾਸ ਤੌਰ 'ਤੇ ਸਕਿੱਲ ਲੇਬਰ ਦੀ ਬਹੁਤ ਘਾਟ ਹੈਗੀ ਆ ਸਾਡੇ ਸੂਬੇ ਦੇ ਵਿੱਚ। ਇਹ ਅੱਜ ਨਹੀਂ, ਪਿਛਲੇ 10 15 20 ਸਾਲ ਤੋਂ ਚੱਲੀ ਆ ਰਹੀ ਹੈ ਘਾਟ, ਔਰ ਉਹਦੇ 'ਤੇ ਕੋਈ ਬਹੁਤਾ ਕੰਮ ਨਹੀਂ ਹੋਇਆ। ਸੋ ਇਸੇ ਕਰਕੇ ਅਸੀਂ ਜਿਹੜੇ ਗੌਰਮੈਂਟ ਪੇਡ ਜਿਹੜੇ ਹੈਗੇ ਆ ਟੈਕਸ ਪੇਡ ਪ੍ਰੋਜੈਕਟ ਹੈਗੇ ਆ, ਮੈਗਾ ਪ੍ਰੋਜੈਕਟ ਹੈਗੇ ਆ, ਪਟੋਲੋ ਬ੍ਰਿਜ ਬਣਨਾ, ਸਰੀ ਹਸਪਤਾਲ ਬਣਨਾ, ਤੇ ਬਾਕੀ ਦੇ ਜਿਹੜੇ ਵੱਡੇ ਵੱਡੇ ਪ੍ਰੋਜੈਕਟ ਹੈਗੇ ਆ ਜਿਹੜੇ ਬਣਨੇ ਆ, ਉਹ ਤਕਰੀਬਨ 14 15 ਹਸਪਤਾਲ ਬਣਨੇ ਹੈਗੇ ਆ। ਉਹਨਾਂ ਦੇ ਵਿੱਚ ਜਿਹੜਾ ਵੀ ਪ੍ਰੋਜੈਕਟ ਹੈਗਾ CBA ਦੇ ਅੰਡਰ ਆਉਣਾ, ਕਮਿਊਨਿਟੀ ਬੈਨੀਫਿਟ ਐਗਰੀਮੈਂਟ ਦੇ ਵਿੱਚ, ਉਹਦੇ ਵਿੱਚ ਇੱਕ ਰਿਕੁਆਇਰਮੈਂਟ ਆ ਕਿ ਉਹਦੇ ਵਿੱਚ ਅਪ੍ਰੈਂਟਿਸਸ਼ਿਪ ਹੋਵੇ ਸਰਟਨ ਪਰਸੈਂਟੇਜ, ਔਰ ਵੂਮੈਨ ਨੂੰ ਹਾਇਰ ਕਰਨ ਦੀ ਪਹਿਲ ਦਿੱਤੀ ਜਾਵੇ, ਔਰ ਇੰਡੀਜਨਸ ਲੋਕਾਂ ਨੂੰ ਤਾਂ, ਔਰ ਕਲਰ ਜਿਹੜੇ ਹੈਗੇ ਆ ਦੂਸਰੇ ਲੋਕ ਆ ਜਿਹੜੇ ਆਪਣੇ ਐਕੁਇਟੀ ਸੀਕਿੰਗ ਗਰੁੱਪਸ ਹੈਗੇ ਆ, ਉਹਨਾਂ ਨੂੰ ਪਹਿਲ ਦਿੱਤੀ ਜਾਵੇ। ਸੋ ਉਹਦੇ ਨਾਲ ਕੀ ਹੋਏਗਾ, ਸਾਡੇ ਕੋਲ ਜਿਹੜੇ ਅੱਜ ਦੇ ਲਈ ਨਹੀਂ, ਅਸੀਂ ਆਉਣ ਵਾਲੀਆਂ ਜਨਰੇਸ਼ਨ ਵਾਸਤੇ, ਕੱਲ੍ਹ ਵਾਸਤੇ ਵੀ ਅਸੀਂ ਨਵੇਂ ਜਿਹੜੇ ਸਕਿੱਲ ਟ੍ਰੇਡ ਕਰ ਰਹੇ ਹਾਂ, ਖਾਸ ਤੌਰ 'ਤੇ ਔਰਤਾਂ, ਖਾਸ ਤੌਰ 'ਤੇ ਇੰਡੀਜਨਸ ਤੇ ਜਿਹੜੇ ਦੂਸਰੇ ਲੋਕ ਹੈਗੇ ਆ, ਇਮੀਗ੍ਰੈਂਟ ਲੋਕ ਹੈਗੇ ਆ। ਸੋ ਇਸ ਵੇਲੇ ਇੱਕ ਤਾਂ ਜਿਹੜਾ ਟੈਂਪਰੇਰੀ ਫੋਰਨ ਵਰਕਰ ਦਾ ਪ੍ਰੋਗਰਾਮ ਸਿਰਫ BC ਦੇ ਵਿੱਚ ਹੀ ਤਕਰੀਬਨ ਫਾਰਮ ਵਿੱਚ ਲੋਕ ਆਏ, ਬਾਕੀ ਉਹਨਾਂ ਨੇ ਬਾਹਰ ਭੇਜਣੇ ਬੰਦ ਕਰ ਦਿੱਤੇ ਸੀ। ਮੈਕਸੀਕੋ ਵਾਲੇ ਫੀਲ ਕਰਦੇ ਸੀ ਕਿ ਉੱਥੇ ਉਹਨਾਂ ਦੀ ਸੇਫਟੀ ਪ੍ਰੋਪਰ ਨਹੀਂ ਹੈਗੀ। ਸੋ ਅਸੀਂ ਪ੍ਰੋਟੋਕਾਲ ਇੰਨੇ ਵਧੀਆ ਬਣਾਏ ਕਿ ਉਹਨਾਂ ਦੀ ਇੱਥੇ ਸੇਫਟੀ ਆ, ਤਾਂ ਕਿ ਜਿਹੜੇ ਸਾਡੇ ਫਾਰਮਰ ਆ ਉਹਨਾਂ ਨੂੰ ਵੀ ਵਰਕਰ ਮਿਲ ਸਕਣਗੇ, ਤੇ ਉਹ ਜਿਹੜੇ ਵਰਕਰ ਆ ਉਹਨਾਂ ਨੂੰ ਵੀ ਸੇਫ ਹੋਵੇ। ਤੁਹਾਨੂੰ ਪਤਾ ਹੋਣਾ ਕਿ ਪਹਿਲਾਂ ਆਪਾਂ ਗੱਲ ਕਰ ਚੁੱਕੇ ਕਿ ਟੈਂਪਰੇਰੀ ਫੋਰਨ ਵਰਕਰ ਪ੍ਰੋਟੈਕਸ਼ਨ ਐਕਟ ਮੈਂ ਲੈ ਕੇ ਆਇਆ ਸੀ ਕਿ ਜਦੋਂ ਟੈਂਪਰੇਰੀ ਫੋਰਨ ਵਰਕਰ ਇੱਥੇ ਆਉਂਦਾ, ਉਹਨੂੰ ਬਾਕੀ ਵਰਕਰਾਂ ਦੇ ਬਰਾਬਰ ਉਹੋ ਜਿਹੇ ਹੱਕ ਤੇ ਪ੍ਰੋਟੈਕਸ਼ਨ ਮਿਲੇ। ਪਹਿਲਾਂ ਨਹੀਂ ਸੀ, ਉਹਨਾਂ ਦੀ ਬੜੀ ਐਕਸਪਲੋਇਟੇਸ਼ਨ ਹੁੰਦੀ ਸੀਗੀ। ਸੋ ਆਈ ਥਿੰਕ ਇਹੋ ਜਿਹੀ ਗੱਲਾਂ ਹੈਗੀਆਂ। ਆਈ ਥਿੰਕ ਫੈਡਰਲ ਸਰਕਾਰ ਨਾਲ ਰਲ ਕੇ ਅਸੀਂ ਹੁਣ ਤੁਹਾਨੂੰ ਪਤਾ, ਤੁਸੀਂ ਕਾਫੀ ਦੱਸ ਚੁੱਕੇ ਹੋ ਕਿ ਫੈਡਰਲ ਸਰਕਾਰ ਨੇ ਵੀ ਇੱਕ ਇਨੀਸ਼ੀਏਟਿਵ ਲਿਆ ਕਿ ਜਿਹੜੇ ਸਾਡੇ ਸਟੂਡੈਂਟ ਆਏ ਹੋਏ ਆ ਤੇ ਟੈਂਪਰੇਰੀ ਫੋਰਨ ਵਰਕਰ ਆਏ ਹੋਏ ਆ, ਉਹਨਾਂ ਨੂੰ ਇੱਥੇ ਪਰਮਾਨੈਂਟ ਰੈਜ਼ੀਡੈਂਸੀ ਦੇਣ ਵਾਸਤੇ ਗੱਲ ਹੋ ਰਹੀ ਆ। ਸੋ ਉਹਦੇ ਨਾਲ ਕੁਝ ਫਾਇਦਾ ਹੋਏਗਾ। ਸੋ ਕੋਵਿਡ ਕਰਕੇ ਟਰੈਵਲ ਬੰਦ ਹੋਈ ਆ, ਸੋ ਇਸ ਚੀਜ਼ ਦੀ ਬਿਲਕੁਲ ਦਿੱਕਤ ਹੈਗੀ ਆ। ਜਿਹੜੇ ਵਰਕਰ ਹੈਗੇ ਆ, ਕੁਝ ਬਿਜ਼ਨਸ ਹੈਗੇ ਜਿਹੜੇ ਕਿ ਸਟਰਗਲ ਕਰ ਰਹੇ, ਉਹਨਾਂ ਨੂੰ ਵਰਕਰ ਨਹੀਂ ਮਿਲ ਰਹੇ, ਜਾਂ ਉਸ ਤਰ੍ਹਾਂ ਬਿਜ਼ਨਸ ਵੀ ਨਹੀਂ ਠੀਕ ਹੈਗਾ। ਸੋ ਆਈ ਥਿੰਕ ਇੰਟਰਨੈਸ਼ਨਲ ਟਰੈਵਲ ਦੇ ਨਾਲ ਕਾਫੀ ਫਰਕ ਪੈਣਾ ਜਦੋਂ ਥੋੜ੍ਹਾ ਜਿਹਾ ਓਪਨ ਹੋ ਗਿਆ। ਪਰ ਪਹਿਲੀ ਇਹ ਹੈਗੀ ਆ ਕਿ ਅਸੀਂ ਕੋਵਿਡ ਨੂੰ, ਇਹ ਜਿਹੜਾ ਪੈਂਡੈਮਿਕ ਹੈ, ਇਹਨੂੰ ਓਵਰਕਮ ਕਿੱਦਾਂ ਕਰੀਏ। ਜੇ ਅਸੀਂ ਪੈਂਡੈਮਿਕ ਨੂੰ ਅਤੇ ਕੰਟਰੋਲ ਕਰ ਗਏ, ਇਹ ਸਭ ਤੋਂ ਬੈਸਟ ਸਪੋਰਟ ਹੈਗੀ ਬਿਜ਼ਨਸ ਦੀ, ਇਹ ਸਭ ਤੋਂ ਬੈਸਟ ਸਪੋਰਟ ਹੈਗੀ ਆ ਵਰਕਰਸ ਦੀ ਤੇ ਜਿਹੜੇ ਆਮ ਲੋਕਾਂ ਦੀ। ਜੀ ਹੁਣ ਇੱਕ ਸ਼ਿਕਾਇਤ ਹੈ ਹੈਰੀਬੈਂਸ ਦੀ ਲੋਕਾਂ ਦੀ, ਉਹ ਸ਼ਿਕਾਇਤ ਇਹ ਹੈ ਕਿ ਚਾਹੇ ਫੈਡਰਲ ਪ੍ਰੋਗਰਾਮ ਦੀ ਅਸੀਂ ਗੱਲ ਕਰ ਲਈਏ, ਬਹੁਤ ਸਾਰੇ ਪ੍ਰੋਗਰਾਮ ਆਏ ਲੋਕਾਂ ਦੀ ਹੈਲਪ ਦੇ ਲਈ, CRB ਜਾਂ ਫਿਰ ਹੋਰ ਪ੍ਰੋਗਰਾਮ ਦੀ ਗੱਲ ਕਰ ਲਈ ਜਾਏ, ਉਹਨਾਂ ਪ੍ਰੋਗਰਾਮਾਂ ਦੇ ਵਿੱਚ ਅਦਾਇਗੀ ਲੇਟ ਹੋਈ, ਲੋਕਾਂ ਨੂੰ ਲੋੜ ਸੀਗੀ ਪੈਸੇ ਦੀ, ਬਟ ਉਹਨਾਂ ਦੇ ਵਿੱਚ ਬਹੁਤ ਦੇਰੀ ਹੋਈ। ਤਾਂ ਹੁਣ ਪੇਡ ਸਿਕ ਲੀਵ ਦੇ ਵਿੱਚ ਲੋਕਾਂ ਦੇ ਅੰਦਰ ਇਹੀ ਚੀਜ਼ ਦਾ ਡਰ ਆ ਰਿਹਾ ਵੀ ਕਿਤੇ ਸਾਨੂੰ ਇਹ ਨਹੀਂ ਅਸੀਂ ਕਲੇਮ ਕਰ ਰਹੇ ਹਾਂ ਤਾਂ ਸਾਡਾ ਫਿਰ ਇੰਨਾ ਨਾ ਸਮਾਂ ਨਿਕਲੀ ਜਾ ਰਿਹਾ, ਅਸੀਂ ਸਿਰਫ ਇੰਤਜ਼ਾਰ ਹੀ ਕਰ ਰਹੇ ਹਾਂ। ਸੋ ਇਹਦੇ ਲਈ ਕੋਈ ਕੁਛ ਇੱਦਾਂ ਦਾ ਹੈ ਵੀ ਜਿਹਦੇ ਨਾਲ ਇੰਨੀ ਤੋਂ ਇੰਨੀ ਡਿਊਰੇਸ਼ਨ ਦੇ ਵਿੱਚ ਇੰਪਲੋਇਰ ਨੂੰ ਇੰਪਲੋਈ ਨੂੰ ਪੈਸੇ ਦੇਣੇ ਪੈਣਗੇ? ਸੋ ਦੇਖੋ, ਇਹ ਇਸੇ ਕਰਕੇ ਅਸੀਂ ਇਹ ਸਿਸਟਮ ਇਸ ਤਰ੍ਹਾਂ ਬਣਾਇਆ, ਉਹਨਾਂ ਨੂੰ ਵੱਖਰਾ। ਵਰਕਰ ਦੀ ਪੇ ਚੈੱਕ ਚਾਲੂ ਰਹੇਗੀ, ਉਹ ਇੰਪਲੋਇਰ ਪੇ ਕਰੇਗਾ। ਓਕੇ। ਜਿਸ ਤਰ੍ਹਾਂ ਉਹਨਾਂ ਦੀ ਰੈਗੂਲਰ 2 ਵੀਕ ਬਾਅਦ ਚੈੱਕ ਆਉਂਦੀ ਆ, ਉਹਨਾਂ ਨੂੰ ਉਸੇ ਤਰ੍ਹਾਂ ਚੈੱਕ ਮਿਲੇਗੀ ਜੇ ਉਹਨਾਂ ਨੇ 1-2 ਦਿਨ ਉਹਦੇ ਵਿੱਚ ਆਫ ਕੀਤੇ, ਤੇ ਫਿਰ ਇੰਪਲੋਇਰ ਅਪਲਾਈ ਕਰੇਗਾ ਉਹਦੇ ਰੀਫੰਡ ਵਾਸਤੇ। ਓਕੇ। ਤੇ ਇੰਪਲੋਇਰ ਨੂੰ ਅਸੀਂ ਬਹੁਤ ਛੇਤੀ ਟਾਈਮ ਦੇ ਵਿੱਚ ਟਰਨ ਅਰਾਊਂਡ ਟਾਈਮ ਹੋਣਾ ਚਾਹੀਦਾ, ਤਾਂ ਹੀ ਅਸੀਂ WCB ਨੂੰ ਯੂਜ਼ ਕੀਤਾ। WCB ਦੇ ਕੋਲ ਸਿਸਟਮ ਆਲਰੇਡੀ ਹੈਗਾ, ਸਾਰੇ ਇੰਪਲੋਇਰ ਜਿਹੜੇ BC ਦੇ ਹੈਗੇ ਆਲਮੋਸਟ ਸਾਰੇ, ਉਹ ਉਹਨਾਂ ਨਾਲ ਰਜਿਸਟਰ ਹੋ ਚੁੱਕੇ ਆ। ਸੋ ਇਸ ਕਰਕੇ ਉਹਨਾਂ ਕੋਲ ਸਿਸਟਮ ਸਾਰਾ ਕੁਝ ਤਿਆਰ ਪਿਆ, ਤੇ ਜਦੋਂ ਇੰਪਲੋਇਰ ਉਹਨਾਂ ਕੋਲ ਜਾ ਕੇ ਅਪਲਾਈ ਕਰੇਗਾ, ਮੇਰੇ ਵਰਕਰ ਨੇ 1 ਜਾਂ 2 ਜਾਂ 3 ਦਿਨ ਆਫ ਕੀਤੇ ਆ ਉਹ ਸਿਕਨੈਸ ਕਰਕੇ, ਤੇ ਮੈਨੂੰ ਉਹਦੀ ਰੀਇੰਬਰਸਮੈਂਟ ਚਾਹੀਦੀ ਹੈ, ਮੈਂ ਪੈਸੇ ਉਹਨੂੰ ਪੇ ਕਰ ਚੁੱਕਾ। ਸੋ ਇੰਪਲੋਇਰ ਨੂੰ ਪੈਸੇ ਬਾਅਦ 'ਚ ਮਿਲਣਗੇ, ਪਰ ਵਰਕਰ ਨੂੰ ਰਾਈਟ ਪੇ ਪੈਸੇ ਜਿਸ ਤਰ੍ਹਾਂ ਉਹਦੀ ਰੈਗੂਲਰ ਪੇ ਚੈੱਕ ਆ ਉਸੇ ਤਰ੍ਹਾਂ ਚੱਲਦੀ ਰਹੇਗੀ, ਫੁੱਲ ਪੇ ਹੋਏਗੀ। ਬਿਲਕੁਲ। ਹੈਰੀਬੈਂਸ ਜੀ, ਹੁਣ ਇੱਕ ਅਜਿਹੇ ਟੌਪਿਕ ਦੇ ਉੱਤੇ ਗੱਲ ਜਿਹੜੀ ਕਿ ਕਮਿਊਨਿਟੀ ਦੀ ਬਹੁਤ ਵੱਡੀ ਚਿੰਤਾ ਬਣੀ ਹੋਈ ਹੈ ਇੱਥੇ, ਨਾ ਸਿਰਫ ਬਤੌਰ ਇੱਕ ਲੇਬਰ ਮਿਨਿਸਟਰ ਬਲਕਿ ਸਰੀ ਦੇ ਰਿਪਰੈਜ਼ੈਂਟੇਟਿਵ ਤੁਸੀਂ ਹੋ, ਉਹ ਉਸੇ ਬਿਹਾਫ ਦੇ ਉੱਤੇ ਮੇਰਾ ਇਹ ਸਵਾਲ ਹੈ। ਲਗਾਤਾਰ ਅਸੀਂ ਲੋਅਰ ਮੇਨਲੈਂਡ ਦੇ ਵਿੱਚ ਦੇਖਦੇ ਹਾਂ, ਸਰੀ ਦੇ ਵਿੱਚ, ਵੈਨਕੂਵਰ ਦੇ ਵਿੱਚ, ਲੈਂਗਲੀ, ਹਰ ਜਗ੍ਹਾ ਦੇ ਉੱਤੇ ਸਾਨੂੰ ਖਬਰਾਂ ਮਿਲ ਰਹੀਆਂ ਨੇ ਕਿ ਸ਼ੂਟਿੰਗਸ ਹੋ ਰਹੀਆਂ ਨੇ। ਉਹ ਸ਼ੂਟਿੰਗਸ ਵੀ
ਸਿਰਫ ਜਨਤਕ ਥਾਵਾਂ ਦੇ ਉੱਤੇ ਜਿੱਥੇ ਪਬਲਿਕ ਹੁੰਦੀ ਹੈ ਬਹੁਤ ਜ਼ਿਆਦਾ, ਮਾਲਸ ਦੇ ਵਿੱਚ, ਮਾਰਕੀਟ ਦੇ ਵਿੱਚ ਬਹੁਤ ਸਾਰੇ ਅਸੀਂ ਪਿਛਲੇ ਲੱਗਦਾ 3-4 ਹਫ਼ਤਿਆਂ ਤੋਂ ਇਹੀ ਸੁਣੀ ਜਾ ਰਹੇ ਹਾਂ। ਸੋ ਇਹ ਸਿਲਸਿਲਾ ਕਦੋਂ ਰੁਕੇਗਾ ਹੈਰੀਬੈਂਸ ਜੀ? ਤੁਸੀਂ ਖੁਦ ਇਸ ਦੇ ਵਿੱਚ ਆਪਣਿਆਂ ਨੂੰ ਗਵਾ ਚੁੱਕੇ ਹੋ, ਸੋ ਕੀ ਲੱਗਦਾ ਇਸ ਸਿਲਸਿਲੇ ਨੂੰ ਰੋਕਣ ਦੇ ਲਈ ਕੀ ਸਰਕਾਰ ਦਾ ਇਹਦੇ ਵੱਲ ਧਿਆਨ ਹੈਗਾ? BC ਸਰਕਾਰ ਇਹਦੇ ਤੇ ਕੁਝ ਕਰ ਰਹੀ ਹੈ? ਅਸੀਂ ਜਦੋਂ ਇਹ ਸ਼ੂਟਿੰਗ ਦਾ ਮਾਮਲਾ ਫਿਰ ਦੁਬਾਰਾ ਸ਼ੁਰੂ ਹੋਇਆ ਤੇ ਪਿਛਲੇ ਫਰਾਈਡੇ ਅਸੀਂ ਜਿਹੜੇ ਸਾਡੇ ਮਿਨਿਸਟਰ ਆਫ ਪਬਲਿਕ ਸੇਫਟੀ ਆ ਮਾਈਕ ਫਾਰਨਮਰਥ ਹੋਣਾ ਨਾਲ ਸਾਰੀ ਸਰੀ ਦੇ MLAs ਨਾਲ ਗੱਲ ਕੀਤੀ ਤੇ ਵੀ ਅਸੀਂ ਬੜੇ ਚਿੰਤਤ ਹਾਂ ਕਿ ਕਿਸ ਤਰ੍ਹਾਂ ਇਹਨੂੰ ਠੱਲ ਪਾਈ ਜਾ ਸਕੇ, ਕਿਹੜੇ ਕੋਈ ਨਵੇਂ ਪ੍ਰੋਗਰਾਮਾਂ ਦੀ ਲੋੜ ਹੈਗੀ ਆ। ਉਹਨਾਂ ਨੇ ਸਾਨੂੰ ਦੱਸਿਆ ਕਿ ਉਹ ਜਿਹੜੇ ਲੋਅਰ ਮੇਨਲੈਂਡ ਦੇ ਜਿਹੜੇ ਸਾਰੇ ਪੁਲਿਸ ਚੀਫਸ ਹੈਗੇ ਉਹਨਾਂ ਨਾਲ ਗੱਲ ਕਰ ਰਹੇ ਆ ਔਰ ਉਹਨਾਂ ਨੇ ਇਹ ਵੀ ਦੱਸਿਆ ਕਿ ਜਦੋਂ ਦੀ ਸਰਕਾਰ ਸਾਡੀ ਬਣੀ ਆ ਜੋ ਸਾਡੇ ਪੁਲਿਸ ਸਰਵਿਸਿਜ਼ ਨੂੰ ਤੇ ਲਾ ਐਨਫੋਰਸਮੈਂਟ ਨੂੰ ਚਾਹੀਦਾ ਸੀਗਾ ਉਹ ਸਾਰਾ ਕੁਝ ਉਹਨਾਂ ਨੂੰ ਦਿੱਤਾ। ਪ੍ਰੀਵੈਂਸ਼ਨ ਤੇ ਜੋ ਲੋੜ ਦੀ ਸੀਗੀ ਉਹਦੇ ਤੇ ਵੀ ਫੰਡਿੰਗ ਦਿੱਤੀ, ਪੈਸੇ ਦਿੱਤੇ। ਸੋ ਉਹਦੇ ਵਿੱਚ ਕਾਫੀ ਕੰਮ ਹੋ ਰਿਹਾ। ਉਹਨਾਂ ਨੇ ਦੱਸਿਆ ਕਿ ਜਿਹੜਾ ਵਿਟਨੈਸ ਪ੍ਰੋਟੈਕਸ਼ਨ ਪ੍ਰੋਗਰਾਮ ਅਸੀਂ ਲੈ ਕੇ ਆਏ ਸੀਗੇ ਉਹਦੇ ਕਰਕੇ ਤਕਰੀਬਨ 30 ਦੇ ਲਾਗੇ ਜਿਹੜੇ ਹੈਗੀਆਂ ਕਨਵਿਕਸ਼ਨ ਹੋ ਗਈਆਂ, ਚਾਰਜਸ ਲੱਗੇ ਤੇ ਫਿਰ ਉਹ ਕੋਰਟ ਦੇ ਵਿੱਚ ਗਏ। ਸੋ ਉਹਦਾ ਉਹ ਵੀ ਕਾਫੀ ਕੰਮ ਹੋ ਰਿਹਾ ਤੇ ਪਰ ਆ ਜਿਹੜਾ ਕੰਮ ਅੱਜ ਕੱਲ੍ਹ ਵੀ ਹੋ ਰਿਹਾ ਜਿਸ ਤਰ੍ਹਾਂ ਕਿ ਉਹ ਦੱਸਦੇ ਆ ਕਿ ਇਹ ਇੱਕ ਦੂਜੇ ਨਾਲ ਬਦਲੇ ਦੀ ਭਾਵਨਾ ਜਿਹੜੀ ਗੈਂਗਸ ਆਪਸ ਵਿੱਚ ਹੀ ਇੱਕ ਦੂਜੇ ਨੂੰ ਮਾਰ ਰਹੇ ਆ। ਪਰ ਵੱਡੇ ਖਤਰੇ ਦੀ ਗੱਲ ਆ ਔਰ ਜਿਹੜਾ ਕਿ ਸਾਨੂੰ ਚਿੰਤਤ ਗੱਲ ਇਹ ਹੈਗੀ ਹੈ ਕਿ ਜਿੱਦਾਂ ਤੁਸੀਂ ਦੱਸਿਆ ਕਿ ਉਹ ਪਬਲਿਕ ਹੁਣ ਥਾਂ ਦੇ ਉੱਤੇ ਵੀ ਇਹ ਕੰਮ ਕਰ ਰਹੇ ਆ, ਮਾਲਸ ਦੇ ਵਿੱਚ ਕਰ ਰਹੇ ਆ ਜਿਹਦੇ ਵਿੱਚ ਇਨੋਸੈਂਟ ਲੋਕ ਵੀ ਖੜੇ ਆ, ਉਹਨਾਂ ਨੂੰ ਹੋ ਸਕਦਾ ਖਤਰਾ। ਸੋ ਇਸ ਕਰਕੇ ਅਸੀਂ ਬਹੁਤ ਚਿੰਤਤ ਹਾਂ ਔਰ ਇਸੇ ਕਰਕੇ ਪੁਲਿਸ ਵਾਲਿਆਂ ਨੂੰ ਇਕੱਠੇ ਕਰਕੇ ਕੀਤਾ ਵੀ ਦੱਸੋ ਤੁਸੀਂ ਕੀ ਕਰ ਰਹੇ ਹੋ ਇਹਦੇ ਬਾਰੇ ਔਰ ਉਹਦੇ ਲਈ ਤੁਹਾਨੂੰ ਹੋਰ ਕੀ ਚਾਹੀਦਾ। ਅਸੀਂ ਪੂਰੇ ਹੈਗੇ ਆ ਇਸ ਚੀਜ਼ ਦੇ ਉੱਤੇ ਕਮਿਟਡ ਆ ਕਿ ਪੁਲਿਸ ਨੂੰ ਜੋ ਉਹਨਾਂ ਨੂੰ ਚਾਹੀਦਾ ਸਪੋਰਟ ਚਾਹੀਦੀ ਆ। ਕਾਨੂੰਨ ਚੇਂਜ ਕਰ ਚੁੱਕੇ ਅਸੀਂ ਕਾਫੀ, ਜਿਹੜੀ ਐਂਟੀ ਗੈਂਗ ਤੇ ਜਿਹੜੀ ਉਹਦੇ ਉੱਤੇ ਇਨਵੈਸਟੀਗੇਸ਼ਨ ਤੇ ਗੈਂਗ ਐਗਜ਼ਿਟਿੰਗ ਪ੍ਰੋਗਰਾਮ ਲੈ ਕੇ ਆਏ ਵੀ ਜੇ ਕੋਈ ਗੈਂਗ ਦੇ ਵਿੱਚ ਹੈਗਾ ਉਹਨੇ ਐਗਜ਼ਿਟ ਹੋਣਾ ਕਿਸ ਤਰ੍ਹਾਂ ਉਹਦੀ ਸਪੋਰਟ ਕੀਤੀ ਜਾ ਸਕਦੀ ਆ। ਸੋ ਸਾਰਾ ਪ੍ਰੋਗਰਾਮ ਤੇ ਲਿਆ ਰਹੇ ਆ ਪਰ ਪੁਲਿਸ ਕਿਉਂਕਿ ਅਖੀਰ ਨੂੰ ਇਹ ਪੁਲਿਸ ਦਾ ਕੰਮ ਆ ਜਾਂਦਾ ਕਿ ਕਿਸ ਤਰ੍ਹਾਂ ਉਹਨਾਂ ਨੇ ਪ੍ਰੋਐਕਟਿਵਲੀ ਇਹਨਾਂ ਦੇ ਮਗਰ ਪੈਣਾ ਤੇ ਇਹ ਜਿਹੜੀ ਵਾਇਲੈਂਸ ਹੈ ਇਹਨੂੰ ਖਤਮ ਕਰਨਾ ਤਾਂ ਕਿ ਲੋਕੀ ਆਪਣੇ ਘਰਾਂ ਦੇ ਵਿੱਚ ਸੇਫ ਫੀਲ ਕਰਨ, ਬਾਹਰ ਨਿਕਲਦੇ ਆ ਸੇਫ ਫੀਲ ਕਰਨ। ਕਿਉਂਕਿ ਜੇ ਲੋਕੀ ਸਮਝਦੇ ਕਿ ਅਸੀਂ ਘਰ 'ਚ ਸੇਫ ਨਹੀਂ, ਆਪਣੇ ਲੱਗਦੇ ਪਾਰਕ ਵਿੱਚ ਸੇਫ ਨਹੀਂ ਹੈਗੇ, ਸ਼ਾਪਿੰਗ ਮਾਲ ਜਾਂਦੇ ਉੱਥੇ ਸੇਫ ਨਹੀਂ ਤੇ ਬਾਕੀ ਦਾ ਕੁਝ ਮੈਟਰ ਨਹੀਂ ਕਰਦਾ। ਜਿੰਨਾ ਮਰਜ਼ੀ ਤੁਸੀਂ ਅਮੀਰ ਹੋਵੋ, ਜਿੰਨਾ ਮਰਜ਼ੀ ਤੁਸੀਂ ਵਧੀਆ ਲਾਈਫ ਲੈ ਰਹੇ ਹੋ, ਇਹ ਜਿਹੜੀ ਸੇਫਟੀ ਸਭ ਤੋਂ ਜ਼ਿਆਦਾ ਇੰਪੋਰਟੈਂਟ ਆ ਔਰ ਅਸੀਂ ਖਾਸ ਤੌਰ ਤੇ ਉਹਨਾਂ ਦੇ ਧਿਆਨ 'ਚ ਲਿਆਂਦਾ ਔਰ ਸਾਡੇ ਮਿਨਿਸਟਰ ਬਹੁਤ ਹੀ ਜ਼ਿਆਦਾ ਕਮਿਟਡ ਇਹਦੇ ਨਾਲ ਕਿ ਪੁਲਿਸ ਵਾਲਿਆਂ ਨੂੰ ਖਾਸ ਤੌਰ ਤੇ ਦੱਸਿਆ ਕਿ ਅਸੀਂ ਬਹੁਤ ਚਿੰਤਤ ਹਾਂ ਇਹਦੇ ਉੱਤੇ। ਜੇ ਤੁਹਾਨੂੰ ਹੋਰ ਰਿਸੋਰਸਿਸ ਦੀ ਲੋੜ ਹੈਗੀ ਆ, ਪੁਲਿਸ ਵਾਲੇ ਕਹਿੰਦੇ ਸਾਨੂੰ ਹੋਰ ਰਿਸੋਰਸਿਸ ਲੋੜ ਨਹੀਂ, ਸਾਡੇ ਕੋਲ ਇਨਫ ਹੈਗੇ ਆ, ਪਰ ਅਸੀਂ ਉਹਨਾਂ ਨੂੰ ਕਿਹਾ ਵੀ ਠੀਕ ਆ ਪ੍ਰੋਐਕਟਿਵਲੀ ਹੋ ਕੇ ਅੱਗੇ ਇਹਨਾਂ ਦੇ ਮਗਰ ਪਾਓ ਤਾਂ ਕਿ ਇਹ ਜਿਹੜੀ ਆ ਵਾਇਲੈਂਸ ਇਹ ਖਤਮ ਹੋਵੇ ਔਰ ਆਮ ਲੋਕਾਂ ਨੂੰ ਜਿਹੜਾ ਖਤਰਾ ਹੈਗਾ ਉਹ ਖਤਮ ਹੋ ਸਕੇ। ਪਰ ਹੈਰੀਬੈਂਸ ਜੀ ਹੁਣ ਤੱਕ ਜਿੰਨੀਆਂ ਵੀ ਘਟਨਾਵਾਂ ਵਾਪਰੀਆਂ ਉਹਨਾਂ ਦੇ ਵਿੱਚ ਪੁਲਿਸ ਦਾ ਬਿਆਨ ਜਦੋਂ ਆਉਂਦਾ ਸੀ ਤੇ ਪੁਲਿਸ ਕਹਿੰਦੀ ਸੀ ਰਿਸੋਰਸਿਸ ਦੀ ਘਾਟ ਹੈਗੀ ਹੈ, ਤੁਸੀਂ ਕਹਿੰਦੇ ਹੋ ਰਿਸੋਰਸਿਸ ਜਿਹੜੇ ਨੇ ਉਹ ਪੂਰੇ ਕੀਤੇ ਜਾ ਰਹੇ ਨੇ। ਸੋ ਕਿਤੇ ਨਾ ਕਿਤੇ ਇਸ ਚੀਜ਼ ਦੇ ਵਿੱਚ ਵੀ ਕਮੀ ਦਿਖਾਈ ਦੇ ਰਹੀ। ਕੱਲ ਪੁਲਿਸ ਦੇ ਵੱਲੋਂ ਇੱਕ ਕਾਨਫਰੰਸ ਕੀਤੀ ਜਾਂਦੀ ਹੈ ਇਹਨਾਂ ਸਾਰੀਆਂ ਘਟਨਾਵਾਂ ਦੇ ਵਿੱਚ ਦੁਪਹਿਰ ਨੂੰ ਔਰ ਉਸ ਤੋਂ ਬਾਅਦ ਸ਼ਾਮ ਨੂੰ ਬਰਨਬੀ ਦੇ ਵਿੱਚ ਮਾਰਕੀਟ ਦੇ ਵਿੱਚ ਫਿਰ ਤੋਂ ਸ਼ੂਟਿੰਗ ਦੀ ਘਟਨਾ ਵਾਪਰ ਗਈ। ਯਾਨੀ ਕਿ ਜਿਹੜੇ ਸ਼ੂਟਿੰਗਸ ਦੀਆਂ ਘਟਨਾਵਾਂ ਨੂੰ ਅੰਜਾਮ ਦੇਣ ਵਾਲੇ ਨੇ ਚਾਹੇ ਉਹ ਕਿਸੇ ਗੈਂਗ ਨਾਲ ਜੁੜੇ ਹੋਏ ਨੇ ਉਹ ਤਾਂ ਪੁਲਿਸ ਤੋਂ ਡਰ ਹੀ ਨਹੀਂ ਰਹੇ, ਉਹ ਤਾਂ ਬੇਖੌਫ ਨੇ। ਯਸ ਇਹੀ ਗੱਲ ਹੈ ਨਾ। ਸੋ ਪੁਲਿਸ ਵਾਲਿਆਂ ਨੂੰ ਅਸੀਂ ਇਹੀ ਦੱਸਿਆ ਕਿ ਜੋ ਤੁਹਾਨੂੰ ਚਾਹੀਦਾ ਅਸੀਂ ਦੇਣ ਨੂੰ ਤਿਆਰ ਹੈਗੇ ਹਾਂ। ਜੇ ਹੋਰ ਸਪੋਰਟ ਦੀ ਲੋੜ ਆ, ਦੂਸਰਾ ਕਾਨੂੰਨ ਹੈਗਾ ਫੈਡਰਲ ਤੇ ਪ੍ਰੋਵਿੰਸ਼ੀਅਲ ਸਰਕਾਰ ਰਲ ਕੇ ਕਾਨੂੰਨ ਜੇ ਸਾਨੂੰ ਚੇਂਜ ਕਰਨ ਦੀ ਲੋੜ ਆ ਉਹਦੇ ਤੇ ਵੀ ਧਿਆਨ ਕੀਤਾ ਜਾ ਸਕੇ ਕਿਉਂਕਿ ਕ੍ਰਿਮੀਨਲ ਕੋਡ ਜਿਹੜਾ ਫੈਡਰਲ ਸਰਕਾਰ ਦੇ ਅੰਡਰ ਆਉਂਦਾ ਵੀ ਕਈ ਵਾਰੀ ਆਪਣੀ ਗੱਲ ਹੁੰਦੀ ਵੀ ਸਖਤ ਸਜ਼ਾਵਾਂ ਚਾਹੀਦੀਆਂ ਉਹ ਫੈਡਰਲ ਸਰਕਾਰ ਦੇ ਅੰਡਰ ਆਉਂਦੀਆਂ, ਉਹਨਾਂ ਨਾਲ ਵੀ ਗੱਲ ਚੱਲਦੀ ਆ ਤੇ ਪਰ ਪ੍ਰੀਵੈਂਸ਼ਨ ਤੇ ਜ਼ਿਆਦਾ ਕਾਫੀ ਜ਼ੋਰ ਦਿੱਤਾ ਜਾ ਰਿਹਾ। ਸਾਡੇ ਰੈਪ ਅਰਾਊਂਡ ਪ੍ਰੋਗਰਾਮ ਹੈਗਾ ਸਰੀ ਦੇ ਹਾਈ ਸਕੂਲਾਂ ਦੇ ਵਿੱਚ, ਉਹ ਸ਼ੁਰੂ ਦੇ ਵਿੱਚ ਉਹਨੂੰ ਪੀਰੀਓਡਿਕ ਫੰਡਿੰਗ ਮਿਲਦੀ ਹੁੰਦੀ ਸੀ। ਜਦੋਂ ਉਹਨਾਂ ਨੇ ਰੌਬ ਰਾਏ ਉਹਨਾਂ ਨੇ ਮੈਨੂੰ ਅਪਰੋਚ ਕੀਤਾ ਕਿ ਬੰਦੇ ਸਾਡੇ ਬੱਚੇ ਜਿਹੜੇ ਹੈਗੇ ਆ ਉਹ ਹੈਲਪ ਮੰਗਦੇ ਆ, ਉਹ ਗਲਤ ਪਾਸੇ ਨੂੰ ਜਾਣ ਦੀ ਉਹਨਾਂ ਨੂੰ ਲੱਗਦਾ ਵੀ ਗਲਤ ਪਾਸੇ ਜਾਣਾ ਵੀ ਇਹ ਸਾਨੂੰ ਸਪੋਰਟ ਦੀ ਲੋੜ ਹੈਗੀ ਆ, ਉਹ ਸਾਡੇ ਕੋਲ ਆਉਂਦੇ ਕਹਿੰਦੇ ਸਾਡੇ ਕੋਲ ਰਿਸੋਰਸਿਸ ਇੰਨੇ ਹੈਗੇ ਨਹੀਂ ਤੇ ਉਹ ਲਾਈਨਾਂ ਵਿੱਚ ਖੜੇ ਆ 40 ਬੰਦੇ। ਅਸੀਂ ਉਹਨਾਂ ਨੂੰ ਕਿਹਾ ਕੀ ਚਾਹੀਦਾ, ਉਹ ਕਹਿੰਦੇ ਸਾਨੂੰ $500,000 ਚਾਹੀਦਾ ਹਰੇਕ ਸਾਲ ਦਾ। ਸੋ ਮੈਂ ਇਹਨਾਂ ਨਾਲ ਫੰਡ ਵਰਤ ਉਹਨਾਂ ਨਾਲ ਗੱਲ ਕੀਤੀ, ਉਹਨਾਂ ਨੇ ਉਸੇ ਵੇਲੇ 2 ਵੀਕਾਂ ਦੇ ਵਿੱਚ ਉਹਨਾਂ ਨੂੰ $500,000 ਦੇ ਦਿੱਤਾ ਤਾਂ ਕਿ ਅਸੀਂ ਪ੍ਰੀਵੈਂਸ਼ਨ ਤੇ ਪੂਰਾ ਜ਼ੋਰ ਦੇ ਸਕੀਏ, ਟੀਚਰਸ ਨੂੰ ਪੇਰੈਂਟਸ ਨੂੰ ਪੂਰੀ ਸਪੋਰਟ ਦਈਏ। ਜੇ ਬੱਚਾ ਛੋਟਾ 8-10 ਸਾਲ ਦਾ ਗਲਤ ਪਾਸੇ ਨੂੰ ਜਾਣ ਦਾ ਲੱਗਦਾ ਤੇ ਉਹਨੂੰ ਕਿੱਦਾਂ ਅਸੀਂ ਸਪੋਰਟ ਕਰੀਏ, ਪੇਰੈਂਟਸ ਨੂੰ ਤੇ ਟੀਚਰ ਨੂੰ ਰਲ ਕੇ ਉਹਦਾ ਪ੍ਰੋਗਰਾਮ ਬਣਾਈਏ ਤਾਂ ਕਿ ਉਹ ਸਿੱਧੇ ਰਸਤੇ ਤੇ ਰਹਿ ਸਕੇ। ਜੀ ਬਿਲਕੁਲ। ਹੈਰੀਬੈਂਸ ਜੀ ਅਖੀਰ ਦੇ ਵਿੱਚ ਇਹ ਆ ਵੀ ਜਿਹੜੇ ਲੋਕ ਆਮ ਜਨਤਾ ਜਿਹੜੀ ਬਹੁਤ ਜ਼ਿਆਦਾ ਡਰ ਰਹੀ ਹੈ, ਘਰਾਂ ਚੋਂ ਬਾਹਰ ਨਿਕਲਣ ਲੱਗੇ, ਮਾਰਕੀਟ ਜਾਣ ਲੱਗੇ, ਮਾਲ ਜਾਣ ਲੱਗੇ, ਏਅਰਪੋਰਟ ਜਾਣ ਲੱਗੇ, ਉਹਨਾਂ ਲੋਕਾਂ ਦੇ ਲਈ ਹੁਣ ਕੀ ਹੈ ਤਾਂ ਕਿ
ਐਟਲੀਸਟ ਉਹਨਾਂ ਨੂੰ ਸਰਕਾਰ ਦੇ ਵੱਲੋਂ ਇਹ ਭਰੋਸਾ ਮਿਲੇ ਵੀ ਉਹਨਾਂ ਅੰਦਰੋਂ ਡਰ ਨਿਕਲ ਸਕੇ। ਉਹ ਇੱਕ ਤਾਂ ਕੋਵਿਡ ਕਰਕੇ ਇਸ ਕ੍ਰਾਈਸਿਸ ਦੇ ਵਿੱਚ ਇੰਨਾ ਜ਼ਿਆਦਾ ਡਰੇ ਹੋਏ ਨੇ ਲੋਕ ਆਲਰੇਡੀ, ਤੇ ਦੂਜਾ ਅਜਿਹੀਆਂ ਜਦੋਂ ਘਟਨਾਵਾਂ ਵਾਪਰ ਰਹੀਆਂ ਨੇ ਤੇ ਉਹਨਾਂ ਨੂੰ ਇਸ ਚੀਜ਼ ਦਾ ਡਰ ਸਤਾ ਰਿਹਾ ਵੀ ਸਾਡੇ ਬੱਚੇ ਜਦੋਂ ਵੀ ਬਾਹਰ ਨਿਕਲ ਰਹੇ ਨੇ ਪਤਾ ਨਹੀਂ ਉਹ ਕਿੰਨੇ ਕੁ ਸੇਫ ਨੇ, ਉਹ ਵਾਪਸ ਮੁੜੇਗਾ ਬੱਚਾ ਜਾਂ ਨਹੀਂ। ਸੋ ਕਿਤੇ ਨਾ ਕਿਤੇ ਨੋ ਡਾਊਟ ਲੋਕਾਂ ਦੀ ਜਿਹੜੀ ਡਿਮਾਂਡ ਹੁੰਦੀ ਹੈ ਉਹ ਡਾਇਰੈਕਟ ਪੁਲਿਸ ਤੋਂ ਘੱਟ ਸਰਕਾਰ ਤੋਂ ਜ਼ਿਆਦਾ ਹੁੰਦੀ ਹੈ, ਸਪੈਸ਼ਲੀ ਚੁਣੀ ਹੋਈ ਸਰਕਾਰ ਜਿਹੜੀ ਉਹਨਾਂ ਦੇ ਆਪਣੇ ਨੁਮਾਇੰਦੇ ਹੁੰਦੇ ਨੇ। ਕਿਉਂਕਿ ਕਮਿਊਨਿਟੀ ਦੇ ਵਿੱਚ ਵੀ ਹੈਰੀ ਬੈਂਸ ਜੀ ਇੱਕ ਰੋਸ, ਇੱਕ ਗੁੱਸਾ ਉਹ ਦੇਖਣ ਨੂੰ ਮਿਲਿਆ। ਕਮਿਊਨਿਟੀ ਦਾ ਇਹ ਕਹਿਣਾ ਹੈ ਕਿ ਜਦੋਂ ਲੀਡਰ ਹੁੰਦੇ ਨੇ ਉਹ ਸਾਡੇ ਕੋਲ ਜਦੋਂ ਆਉਂਦੇ ਨੇ ਇਲੈਕਸ਼ਨਸ ਟਾਈਮ ਵੀ ਸਾਨੂੰ ਮਿਲਦੇ ਨੇ, ਬਹੁਤ ਸਾਰੀਆਂ ਗੱਲਾਂ ਕਹਿੰਦੇ ਨੇ, ਅੱਜ ਸਾਨੂੰ ਇਹਨਾਂ ਦੀ ਲੋੜ ਹੈਗੀ ਹੈ ਤੇ ਅੱਜ ਸਾਨੂੰ ਉਹ ਦਿਖਾਈ ਨਹੀਂ ਦੇ ਰਹੇ। ਇਹ ਵਾਕਈ ਕਮਿਊਨਿਟੀ ਨੇ ਆਪਣਾ ਰੋਸ ਜਤਾਇਆ। ਨਹੀਂ ਦੇਖੋ, ਅਸੀਂ ਇਸ ਕੰਮ ਲਈ ਬਿਲਕੁਲ ਆਲਵੇਜ਼ ਅਵੇਲੇਬਲ ਹੈਗੇ ਹਾਂ। ਜਦੋਂ ਕਮਿਊਨਿਟੀ ਦੀ ਕੋਈ ਲੋੜ ਹੈਗੀ ਆ, ਜਦੋਂ ਵੀ ਸਾਨੂੰ ਕੋਈ ਅਪਰੋਚ ਕਰਦਾ, ਮੇਰਾ ਫੋਨ ਮੇਰਾ ਖਿਆਲ ਅੱਧੇ ਲੋਅਰ ਮੇਨਲੈਂਡ ਦੇ ਕੋਲ ਹੈਗਾ, ਮੇਰਾ ਪਰਸਨਲ ਫੋਨ ਜਿਹੜਾ ਹੈਗਾ, ਫੋਨ ਕਾਲ ਆਉਂਦੀਆਂ, ਮੈਂ ਉਹ ਮੇਰਾ ਕੋਸ਼ਿਸ਼ ਹੁੰਦੀ ਹੈ ਵੀ 24 ਆਵਰ ਦੇ ਵਿੱਚ ਰਿਟਰਨ ਕਾਲ ਕਰਾਂ। ਪਰ ਇਹ ਜਿਹੜਾ ਪੁਲਿਸ ਦਾ ਮਾਮਲਾ ਹੈਗਾ ਆ, ਅਸੀਂ ਪੁਲਿਸ ਦੇ ਨਾਲ ਮਿਲੇ ਹਾਂ। ਕੱਲ੍ਹ ਸਾਡੇ ਮਾਈਕ ਫਾਰਨਬਰਟ ਹੋਣੀ ਤੁਹਾਨੂੰ ਦੱਸਿਆ ਕਿ ਪੁਲਿਸ ਚੀਫ ਦੇ ਨਾਲ ਉਹਨਾਂ ਨੂੰ ਫਿਰ ਅਸੀਂ ਇਹ ਗੱਲ ਉਹਨਾਂ ਤੋਂ ਮੰਗ ਕੀਤੀ ਕਿ ਦੱਸੋ ਕੀ ਚਾਹੀਦਾ ਤੁਹਾਨੂੰ ਹੋਰ, ਕਿਉਂਕਿ ਪੋਲੀਟੀਸ਼ੀਅਨਸ ਫਰੰਟ ਲਾਈਨ 'ਤੇ ਆ ਕੇ ਲਾ ਇਨਫੋਰਸਮੈਂਟ ਨਹੀਂ ਕਰਦੇ, ਉਹ ਕਾਨੂੰਨ ਬਣਾਉਂਦੇ ਆ, ਪੁਲਿਸ ਨੂੰ ਰਿਸੋਰਸਿਸ ਦਿੰਦੇ ਆ। ਔਰ ਅਸੀਂ ਇਸ ਗੱਲ 'ਤੇ ਕਮਿਟਡ ਹਾਂ ਕਿ ਪੁਲਿਸ ਨੂੰ ਜਿਹੜੀ ਚੀਜ਼ ਦੀ ਲੋੜ ਹੈਗੀ ਆ ਸਾਨੂੰ ਦੱਸੋ। ਜਿੰਨਾ ਕੁਛ ਅਸੀਂ ਕਰ ਚੁੱਕੇ ਹਾਂ ਉਹ ਕਰ ਚੁੱਕੇ ਹਾਂ, ਪ੍ਰੀਵੈਂਸ਼ਨ 'ਤੇ ਪੈਸੇ ਲਾ ਚੁੱਕੇ ਹਾਂ, ਇਨਫੋਰਸਮੈਂਟ ਦੇ ਉੱਤੇ ਜਿਹੜੀ ਆਈ ਹਿੱਟ ਵਗੈਰਾ ਉਹ ਤਕਰੀਬਨ $90 ਮਿਲੀਅਨ ਗੈਂਗ ਪ੍ਰੀਵੈਂਸ਼ਨ ਪ੍ਰੋਗਰਾਮ ਦੇ ਉੱਤੇ ਲੱਗ ਰਿਹਾ। ਸੋ ਮਤਲਬ ਪੈਸੇ ਲੱਗ ਰਹੇ ਪਰ ਫਿਰ ਵੀ ਸ਼ੂਟਿੰਗ ਹੋ ਰਹੀ ਆ। ਇਹ ਗੈਂਗ ਜਿਹੜੇ ਆ, ਗੈਂਗ ਮੈਂਬਰ ਇੱਕ ਦੂਜੇ ਨੂੰ ਬਦਲਾ ਲੈ ਰਹੇ ਆ ਇੱਕ ਦੂਜੇ ਵਾਸਤੇ। ਆਈ ਥਿੰਕ ਗੈਂਗਸ ਮੈਂਬਰ ਵੀ ਜਿਹੜੇ ਬੜੇ ਸਫਿਸਟੀਕੇਟਡ ਹੋ ਚੁੱਕੇ ਆ, ਜਦੋਂ ਬਦਲਾ ਲੈਣ ਦੀ ਭਾਵਨਾ ਜਾਗ ਪੈਂਦੀ ਇਹਨਾਂ ਦੇ ਵਿੱਚ ਤੇ ਉਹ ਫਿਰ ਤਕਰੀਬਨ ਬਦਲਾ ਲੈ ਹੀ ਲੈਂਦੇ ਆ। ਇਸ ਕਰਕੇ ਪੁਲਿਸ ਨੂੰ ਕੋਸ਼ਿਸ਼ ਕਰਨੀ ਚਾਹੀਦੀ ਆ ਕਿ ਪ੍ਰੋਐਕਟਿਵਲੀ ਜੇ ਤੁਸੀਂ ਮੋਨੀਟਰ ਕਰੋ ਉਹਨਾਂ ਨੂੰ, ਸਰਵੇਲੈਂਸ ਹੁੰਦੀ ਹੋਵੇ ਪ੍ਰੋਪਰ। ਔਰ ਮੈਨੂੰ ਇਹ ਵੀ ਉਹਨਾਂ ਨੇ ਸ਼ਾਦੀ ਦਵਾਈ ਕਿ ਬਹੁਤ ਵਾਰੀ ਉਹ ਇੰਟਰਵੀਨ ਕਰ ਚੁੱਕੇ ਆ, ਨਹੀਂ ਤਾਂ ਹੋ ਸਕਦਾ ਬਹੁਤ ਮੌਤਾਂ ਹੋਣ ਹੋਰ ਵੀ ਜਿਹੜੀਆਂ ਕੋਈ ਇੰਟਰਵੀਨ ਕਰਕੇ ਬੰਦਿਆਂ ਨੂੰ ਚਾਹੇ ਜੇਲ੍ਹ 'ਚ ਪਾ ਦਿੱਤਾ, ਕਿਸੇ ਹੋਰ ਚਾਰਜ ਲਾ ਕੇ ਜੇਲ੍ਹ 'ਚ ਪਾ ਦਿੱਤਾ ਤੇ ਪ੍ਰੀਵੈਂਸ਼ਨ ਹੋ ਗਈ। ਔਰ ਸਕੂਲਾਂ ਦੀ ਜਿਹੜੀ ਪ੍ਰੀਵੈਂਸ਼ਨ ਹੋ ਰਹੀ ਆ ਉਹਦੇ ਵਿੱਚ ਵੀ ਬਹੁਤ ਬੱਚੇ ਜਿਹੜੇ ਉਸ ਪ੍ਰੋਗਰਾਮ ਰੈਪਰਾਉਂਡ ਪ੍ਰੋਗਰਾਮ ਦੇ ਥਰੂ ਲੰਘਦੇ ਆ, ਜਿਨ੍ਹਾਂ ਨੂੰ ਲੱਗਦਾ ਸੀ ਕਿ ਇਹਨਾਂ ਨੇ ਗੈਂਗਾਂ ਵਿੱਚ ਚਲੇ ਜਾਣਾ, ਗਲਤ ਲਾਈਫ ਵਿੱਚ ਚਲੇ ਜਾਣਾ, ਉਹ ਬਹੁਤ ਸਿੱਧੇ ਪਾਸੇ ਆ ਰਹੇ ਆ। ਸੋ ਦੇਖਿਆ ਜਾਵੇ ਓਵਰਆਲ ਮੈਂ ਕਹੂੰਗਾ 99% ਸਾਡੇ ਜਿਹੜੇ ਬੱਚੇ ਆ, ਸਾਡੀ ਕਮਿਊਨਿਟੀ ਆ, ਉਹ ਬਹੁਤ ਹੀ ਵਧੀਆ ਪਾਸੇ ਨੂੰ ਚੱਲ ਰਹੀ ਆ। ਉਹ ਜਿਹੜਾ ਇੱਕ ਛੋਟਾ ਜਿਹਾ ਸਾਡਾ ਇੱਕ ਹਿੱਸਾ ਹੈਗਾ, ਜਿਹੜੇ ਯੰਗ ਬੱਚੇ ਆ ਜਿਹੜੇ ਕਿ ਕੁਇਕ ਗਲੈਮਰਸ ਲਾਈਫ ਦੇ ਵਿੱਚ ਸਮਝਦੇ ਕਿ ਗਲੈਮਰਸ ਲਾਈਫ ਹੈਗੀ ਆ, ਪਰ ਇਹਨਾਂ ਨੂੰ ਇਹ ਨਹੀਂ ਪਤਾ ਹੈਗਾ ਕਿ ਕੋਈ 28-29 ਸਾਲ ਤੋਂ ਵੱਧ ਜੀਆ ਨਹੀਂ ਹੈਗਾ। ਔਰ ਹਮੇਸ਼ਾ ਆਪਣੇ ਸ਼ੋਲਡਰ ਦੇ ਉੱਪਰ ਦੀ ਦੇਖਦੇ ਮੇਰੇ ਪਿੱਛੇ ਕੋਈ ਮਾਰਨ ਵਾਲਾ ਨਹੀਂ ਆ ਰਿਹਾ। ਹਾਂਜੀ, ਸੋ ਆਈ ਥਿੰਕ ਮੈਨੂੰ ਸਮਝ ਨਹੀਂ ਆ ਰਹੀ ਕਈ ਵਾਰੀ ਉਹਨਾਂ ਦੀ ਮੈਂਟੈਲਿਟੀ ਕੀ ਬਣ ਚੁੱਕੀ ਆ। ਪਰ ਵੱਡੀ ਗੱਲ ਹੈਗੀ ਆ ਪੁਲਿਸ ਵਾਚ ਕਰ ਰਹੀ ਆ। ਉਹਨਾਂ ਨੂੰ ਲੱਗਦਾ ਸ਼ਾਇਦ ਉਹ ਇਨਵਿਜ਼ੀਬਲ ਨੇ, ਕੋਈ ਉਹਨਾਂ ਨੂੰ ਦੇਖ ਨਹੀਂ ਰਿਹਾ। ਇਸ ਤਰ੍ਹਾਂ ਹੀ ਲੱਗਦਾ, ਕੋਈ ਉਮਰ ਇਹੋ ਜਿਹੀ ਹੁੰਦੀ ਆ ਤੇ ਉਹ ਸੋਚਦੇ ਕਿ ਸਾਨੂੰ ਕੋਈ ਹੱਥ ਨਹੀਂ ਲਾ ਸਕਦਾ, ਅਸੀਂ ਦੂਸਰਿਆਂ ਨਾਲੋਂ ਜ਼ਿਆਦਾ ਤਕੜੇ ਹੈਗੇ ਆ। ਦੂਜਾ ਡਰੱਗ ਟ੍ਰੇਡ ਨੂੰ ਕੰਟਰੋਲ ਕਰਨ ਦੇ ਵਿੱਚ ਵੀ ਉਹਨਾਂ ਦਾ ਇਹ ਹੈਗਾ। ਸੋ ਅਸੀਂ ਪੂਰਾ ਪੁਲਿਸ ਨੂੰ ਹਥਿਆਰ ਦਿੱਤੇ ਆ ਵੀ ਜੋ ਕੁਝ ਤੁਹਾਨੂੰ ਚਾਹੀਦਾ ਖੁੱਲੇ ਹੋ ਕੇ ਇਹਨਾਂ ਦੇ ਮਗਰ ਪਾਓ, ਤਾਂ ਕਿ ਲੋਕੀ ਆਪਣੇ ਘਰਾਂ 'ਚ ਫੀਲ ਕਰਨ, ਮਾਲਸ ਵਿੱਚ ਜਾਂਦੇ ਉੱਥੇ ਫੀਲ ਸੇਫ ਕਰਨ, ਉਹਨਾਂ ਦੇ ਬੱਚੇ ਸਕੂਲਾਂ ਵਿੱਚ ਸੇਫ ਹੋਣ, ਤਾਂ ਕਿ ਉੱਥੇ ਰਿਕਰੂਟਮੈਂਟ ਨਾ ਹੋਵੇ। ਸੋ ਆਈ ਥਿੰਕ ਕਾਫੀ ਪ੍ਰੋਗਰਾਮ ਚੱਲ ਰਹੇ ਆ। ਹੋਰ ਵੀ ਜੇ ਪੁਲਿਸ ਨੂੰ ਲੋੜ ਪਵੇ ਤਾਂ ਅਸੀਂ ਉਹਨਾਂ ਨੂੰ ਉਹ ਰਿਸੋਰਸ ਦੇਣ ਨੂੰ ਤਿਆਰ ਹਾਂ। ਜੀ ਬਿਲਕੁਲ ਸਰ, ਅਖੀਰ ਦੇ ਵਿੱਚ ਪਲੀਜ਼, ਐਕਚੁਅਲੀ ਗੱਲਾਂ ਬਹੁਤ ਸਾਰੀਆਂ ਸੀਗੀਆਂ ਤੁਹਾਡੇ ਨਾਲ ਕਰਨ ਵਾਲੀਆਂ, ਬਟ ਹੁਣ ਸਮਾਂ ਅੱਗੇ ਇਜਾਜ਼ਤ ਨਹੀਂ ਦੇ ਰਿਹਾ ਕਿਉਂਕਿ ਤੁਸੀਂ ਜਾਣਾ ਹੈ। ਸੋ ਲੋਕਾਂ ਵਾਸਤੇ ਕੀ ਮੈਸੇਜ ਕਨਵੇ ਕਰਨਾ ਚਾਹੋਗੇ? ਦੇਖੋ, ਪੈਂਡੈਮਿਕ ਨੇ ਹਲੇ ਸਾਡਾ ਪਿੱਛਾ ਨਹੀਂ ਛੱਡਿਆ ਹੈਗਾ ਤੇ ਪੈਂਡੈਮਿਕ ਜਿਹੜਾ ਆ ਅਸੀਂ ਤਕਰੀਬਨ 50% ਤੋਂ ਉੱਪਰ ਹੁਣ ਇਸ ਵੇਲੇ ਵੈਕਸੀਨੇਸ਼ਨ ਲੱਗ ਚੁੱਕੀ ਆ। ਜਿਹੜੇ ਨਹੀਂ ਹਲੇ ਰਜਿਸਟਰ ਹੋਏ, ਰਜਿਸਟਰ ਹੋਵੋ। ਇਸ ਵੀਕਐਂਡ ਨੂੰ 18 ਸਾਲ ਤੋਂ ਉੱਪਰ ਵਾਲੇ ਜਿਹੜੇ ਸਾਰੇ ਲੋਕ ਹੈਗੇ ਆ ਉਹ ਰਜਿਸਟਰ ਹੋ ਸਕਦੇ ਆ, ਵੈਕਸੀਨੇਸ਼ਨ ਲਵਾਓ। ਹੁਣ ਸਾਨੂੰ ਕਾਫੀ ਜ਼ਿਆਦਾ ਵੈਕਸੀਨੇਸ਼ਨ ਡੋਜ਼ਸ ਵੀ ਮਿਲ ਗਈਆਂ, ਤਾਂ ਕਿ ਆਉਣ ਵਾਲੇ ਲੱਗਦਾ ਕਿ ਆਉਣ ਵਾਲੇ 2-3 ਹਫ਼ਤਿਆਂ ਦੇ ਵਿੱਚ ਅਸੀਂ 60-80-70% ਤੱਕ ਅਸੀਂ ਵੈਕਸੀਨੇਸ਼ਨ ਲੱਗ ਜਾਏਗਾ। ਜਦੋਂ ਵੈਕਸੀਨੇਸ਼ਨ ਤਕਰੀਬਨ ਮੈਜੋਰਟੀ ਲੋਕਾਂ 'ਚ ਲੱਗ ਗਈ, ਕੇਸਿਸ ਤੁਹਾਨੂੰ ਪਤਾ ਆਲਰੇਡੀ ਘਟਣੇ ਸ਼ੁਰੂ ਹੋ ਗਿਆ, ਪਰ ਹੱਲੇ ਵੀ ਅਸੀਂ ਢਿੱਲ ਨਹੀਂ ਕਰ ਸਕਦੇ ਆਉਣ ਵਾਲੇ ਮਹੀਨਾ 2 ਮਹੀਨੇ ਵਿੱਚ, ਕਿਉਂਕਿ ਇਹ ਇੱਕ ਦੁਆਰਾ ਫਿਰ ਵੀ ਆ ਸਕਦੀ ਆ। ਸੋ ਇਹਦੇ ਵਿੱਚੋਂ ਛੁਟਕਾਰਾ ਤਾਂ ਹੀ ਪੈਣਾ ਜੇ ਆਪਾਂ ਇੰਡੀਵਿਜੂਅਲੀ ਜਾਂ ਇਕੱਠੇ ਹੋ ਕੇ ਇਹ ਆਪਣੇ ਆਪ ਨੂੰ ਡਿਸਿਪਲਿਨ 'ਚ ਰੱਖ ਕੇ ਰਹੀਏ। ਹੱਥ ਧੋਵੋ, ਕਿਸੇ ਨੂੰ ਇਨਵਾਈਟ ਨਾ ਕਰੋ ਘਰ ਦੇ ਵਿੱਚ। ਜੇ ਕੋਈ ਸੈਲੀਬ੍ਰੇਸ਼ਨ ਕਰਨਾ ਤਾਂ ਆਪਣੇ ਜਿਨ੍ਹਾਂ ਨਾਲ ਰਹਿੰਦੇ ਉਹਨਾਂ ਦੇ ਨਾਲ ਰਲ ਕੇ ਸੈਲੀਬ੍ਰੇਸ਼ਨ ਕਰੋ। ਮੀਟਿੰਗ ਕਰਨੀ ਆ, ਕਿਸੇ ਨੂੰ ਮਿਲੇ ਨਹੀਂ, ਬਹੁਤ ਦੇਰ ਹੋ ਗਈ ਆ, ਉਹ ਫੋਨ 'ਤੇ ਕਰ ਲਓ ਜਾਂ ਜ਼ੂਮ 'ਤੇ ਕਰ ਲਓ ਜਾਂ ਹੋਰ ਜਿਹੜੇ ਤਰੀਕੇ ਹੈਗੇ ਉਹਨਾਂ 'ਤੇ ਕਰ ਲਓ, ਪਰ ਇਕੱਠੇ ਨਾ ਹੋਵੋ ਜਿਨ੍ਹਾਂ ਦੇ ਨਾਲ ਤੁਸੀਂ ਰਹਿੰਦੇ ਨਹੀਂ ਹੈਗੇ। ਸੋ ਇੱਕ ਹੀ ਸਾਡੀ ਰਿਕੁਐਸਟ ਹੈਗੀ ਆ, ਆਪਾਂ ਜਲਦੀ ਪੈਂਡੈਮਿਕ 'ਤੇ ਕਾਬੂ ਕਰ ਲਾਂਗੇ। ਉਹਦੇ ਨਾਲ ਬਿਜ਼ਨਸ ਮੁੜ ਕੇ ਦੁਬਾਰਾ ਸ਼ੁਰੂ ਹੋਣਗੇ, ਲੋਕ ਹੈਲਥੀ ਹੋਣਗੇ, ਆਪਣੀ ਲਾਈਫ ਨੂੰ ਦੁਬਾਰਾ ਇੰਜੋਏ ਕਰਨ ਦੇ ਆਪਾਂ ਕਾਬਲ ਹੋ ਜਾਵਾਂਗੇ। ਸੋ ਇਹਨਾਂ ਕਹਿੰਦਾ ਹੋਇਆ ਬਹੁਤ ਬਹੁਤ ਤੁਹਾਡਾ ਸਾਰਿਆਂ ਦਾ ਧੰਨਵਾਦ ਜਿਹੜੇ ਆਪਾਂ ਆਪਣਾ ਪੂਰਾ ਕੋਸ਼ਿਸ਼ ਕਰ ਰਹੇ ਆ।
ਜੀ ਹੈਰੀ ਬੈਂਸ ਜੀ ਬਹੁਤ ਬਹੁਤ ਸ਼ੁਕਰੀਆ ਜੀ ਸ਼ੋਅ ਦਾ ਹਿੱਸਾ ਬਣਨ ਦੇ ਲਈ ਤੇ ਫਿਰ ਤੋਂ ਕੋਸ਼ਿਸ਼ ਕਰਾਂਗੇ ਵੀ ਅਗਲੇ ਹਫਤੇ ਕੋਈ ਚੰਗੀ ਖਬਰ ਆਵੇ ਤੇ ਫਿਰ ਤੁਸੀਂ ਸਾਡੇ ਨਾਲ ਬੈਠੇ ਹੋ ਤੇ ਬਹੁਤ ਸਾਰੀਆਂ ਗੱਲਾਂ ਬਾਤਾਂ ਤੁਹਾਡੇ ਨਾਲ ਜ਼ਰੂਰ ਕਰੀਏ। ਜੀ, ਸ਼ੁਕਰੀਆ ਜੀ, ਥੈਂਕ ਯੂ ਜੀ ਤੁਹਾਡਾ। ਜੀ ਸੋ ਜਿਹੜੇ ਮੇਰੇ ਕਾਲਰਸ ਕਾਲ ਕਰ ਰਹੇ ਸੀਗੇ ਪਲੀਜ਼ ਉਹਨਾਂ ਤੋਂ ਮਾਫੀ ਚਾਹੁੰਦੇ ਆ, ਉਹਨਾਂ ਦੀ ਕਾਲ ਅਸੀਂ ਪਿਕ ਨਹੀਂ ਕਰ ਪਾਏ ਕਿਉਂਕਿ ਸਮਾਂ ਜਿਹੜਾ ਹੈ ਅੱਜ ਥੋੜਾ ਸੀਗਾ ਆਪਣੇ ਕੋਲ। ਸੋ ਮੰਡੇ ਫਿਰ ਤੋਂ ਮਿਲਾਂਗੇ, ਬਹੁਤ ਸਾਰੀਆਂ ਗੱਲਾਂ ਬਾਤਾਂ ਆਪਾਂ ਕਰਾਂਗੇ ਔਰ ਨੋ ਡਾਊਟ ਕਿ ਇੱਥੇ ਸਭ ਤੋਂ ਵੱਡਾ ਜਿਹੜਾ ਮੁੱਦਾ ਸੀਗਾ ਪੇਡ ਸਿਕ ਲੀਵ ਦਾ, BC ਨੂੰ ਇੱਕ ਤੋਹਫਾ ਮਿਲਣ ਜਾ ਰਿਹਾ ਹੈ। ਜਿਵੇਂ ਹੀ ਬਿੱਲ ਪੇਸ਼ ਹੋ ਜਾਂਦਾ, ਪਾਸ ਹੋ ਜਾਂਦਾ ਹੈ ਤਾਂ ਉਸ ਦੇ ਵਿੱਚ ਹੋ ਸਕਦਾ ਵੀ ਜਲਦੀ ਚੰਗੀ ਖਬਰ ਮਿਲੇ ਤੇ ਪੇਡ ਸਿਕ ਲੀਵ ਲਈ ਜਿਹੜੇ ਲੋਕ ਐਲੀਜੀਬਲ ਨੇ, ਜਿਹੜੇ ਯੋਗ ਨੇ, ਐਟਲੀਸਟ ਉਹਨਾਂ ਨੂੰ ਇਸ ਚੀਜ਼ ਦੀ ਰਾਹਤ ਜ਼ਰੂਰ ਮਿਲ ਸਕਦੀ ਹੈ। ਦੂਜਾ ਵੀਕਐਂਡ ਆ ਰਿਹਾ, ਮੈਂ ਫਿਰ ਤੋਂ ਇਹ ਅਪੀਲ ਕਰ ਰਹੀ ਹਾਂ ਕਿ ਆਪਣਾ ਖਿਆਲ ਰੱਖਿਓ ਕਿਉਂਕਿ ਜੇ ਤੁਸੀਂ ਆਪਣਾ ਖਿਆਲ ਰੱਖੋਗੇ ਤਾਂ ਹੀ ਤੁਸੀਂ ਦੂਜਿਆਂ ਦਾ ਰੱਖ ਪਾਓਗੇ। ਸੋ ਕੋਸ਼ਿਸ਼ ਕਰਿਓ ਜਿਵੇਂ ਕਿ ਹੈਰੀ ਬੈਂਸ ਜੀ ਨੇ ਕਿਹਾ ਵੀ ਹਜੇ ਭੀੜ ਭੜੱਕੇ ਤੋਂ ਬਚਿਓ ਤੇ ਜਿੰਨੇ ਨਿਯਮ ਲਾਗੂ ਕੀਤੇ ਗਏ ਨੇ ਉਹਨਾਂ ਨੂੰ ਇੰਪਲੀਮੈਂਟ ਉਹਨਾਂ ਤੇ ਜ਼ਰੂਰ ਕਰਿਓ। ਉਹ ਕੋਸ਼ਿਸ਼ ਕਰਨਾ ਉਹ ਜਿਹੜੇ ਨਿਯਮ ਹੈ ਉਹਨਾਂ ਨੂੰ ਨਾ ਤੋੜਿਓ ਕਿਉਂਕਿ ਇਹ ਫਿਰ ਕਿਤੇ ਨਾ ਕਿਤੇ ਹੈ ਤੁਹਾਡੀ ਸਿਹਤ ਵੀ ਖਰਾਬ ਕਰ ਸਕਦੇ ਨੇ ਤੇ ਤੁਹਾਡੇ ਨਾਲ ਨਾਲ ਤੁਹਾਡੇ ਆਪਣਿਆਂ ਦੀ ਵੀ ਸਿਹਤ ਖਰਾਬ ਹੋ ਸਕਦੀ ਹੈ। ਸੋ ਮੰਡੇ ਮਿਲਦੇ ਹਾਂ ਜੀ ਨਵੇਂ ਟੌਪਿਕਸ ਲੈ ਕੇ। ਸੋ ਜਿੰਨੇ ਕਾਲਰ ਸੀਗੇ ਉਹਨਾਂ ਦਾ ਬਹੁਤ ਬਹੁਤ ਸ਼ੁਕਰੀਆ ਸ਼ੋਅ ਦੇ ਵਿੱਚ ਕਾਲ ਕਰਨ ਦੇ ਲਈ। ਇਜਾਜ਼ਤ ਦਿਓ ਜੀ, ਸਤਿ ਸ਼੍ਰੀ ਅਕਾਲ। ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ।